ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਹੁੰਦੀ ਹੈ, ਜਿਸ ਦੇ ਅਨੇਕਾਂ ਨਾਮ ਨੇ। ਸਤ ਦਾ ਮਤਲਬ ਜੋ ਸदैव ਹੈ, ਅਵਿਨਾਸ਼ੀ ਹੈ, ਜਿਸ ਦਾ ਕਦੇ ਵਿਨਾਸ਼ ਨਹੀਂ ਹੋਣਾ। ਤੇ ਐਸੇ ਪ੍ਰਭੂ ਨਾਲ ਸਾਡੀ ਸਾਂਝ ਕਿਵੇਂ ਬਣਦੀ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਸਦਕਾ, ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ऐसे प्रभु के अंदर समाया जा सकता है, प्रभु के हुक्म ਨੂੰ ਸਮਝਿਆ ਜਾ ਸਕਦਾ ਹੈ। ਸ਼ਲੋਕ ਮਹਿਲਾ ਨਾਵਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਇਸ ਪਾਵਨ ਸ਼ਲੋਕ ਰਾਹੀਂ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਸਾਡੇ ਦੁੱਖਾਂ ਦਾ ਕਾਰਨ ਕੀ ਹੈ। ਅਕਾਰਤ ਸ਼ਬਦ ਨੂੰ ਵਿਅਰਥ ਵੀ ਕਿਹਾ ਹੈ, ਵਿਅਰਥ, ਬੇਕਾਰ। लेकिन भाई कान सिंह जी नाभा ने अकारत शब्द के बड़े सोहने अर्थ किए ने। अकारत दो शब्दों तो मिलकर बनता है। जो असीं संधि विच्छेद करांगे अकारत दा, तां दो शब्द बनणगे अक प्लस अर्थ। अर्थ दा मतलब फल ते अक दा मतलब हुंदा है दुखदाई, दुख। अक दा मतलब दुख, अकारत दा मतलब दुखदाई, दुख देण वाला। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਕਿ ਇਹ ਮਨੁੱਖ, ਤੂੰ ਪ੍ਰਭੂ ਦੇ ਕਦੇ ਗੁਣ ਨਹੀਂ ਗਾਏ। ਗੁਣ ਨਹੀਂ ਗਾਏ ਦਾ ਮਤਲਬ ਕਿ ਤੂੰ ਪ੍ਰਭੂ ਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਨਹੀਂ ਕੀਤਾ। ਮਨ, ਬਚਨ, ਕਰਮ ਕਰਕੇ ਗੁਣਾਂ ਦਾ ਧਾਰਨੀ ਨਹੀਂ ਹੋਇਆ। ਜਨਮ ਅਕਾਰਤ ਕੀਨ ਦਾ ਮਤਲਬ ਇਸ ਕਰਕੇ ਤੂੰ ਆਪਣੇ ਜਨਮ ਨੂੰ ਦੁਖਦਾਈ ਕਰ ਲਿਆ ਹੈ। ਤੇਰਾ ਜੀਵਨ ਦੁਖਦਾਈ ਹੋ ਗਿਆ ਹੈ। ਤੂੰ ਪ੍ਰਭੂ ਦੇ ਗੁਣ ਨਹੀਂ ਗਾਏ, ਰੱਬੀ ਸਿਫਤ ਸਲਾਹ ਨਹੀਂ ਕੀਤੀ, ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਨਹੀਂ ਕੀਤਾ। ਇਸ ਕਰਕੇ ਤੂੰ ਆਪਣੇ ਜੀਵਨ ਨੂੰ ਦੁਖਦਾਈ ਬਣਾ ਲਿਆ, ਦੁਖਦਾਈ ਕਰ ਲਿਆ ਹੈ। ਤਾਂ ਸਾਡੇ ਦੁੱਖਾਂ ਦਾ ਕਾਰਨ ਕੀ ਹੈ? ਗੁਣਾਂ ਦਾ ਨਾ ਹੋਣਾ। ਜਿੰਨੇ ਵੀ ਜ਼ਿੰਦਗੀ ਦੇ ਅੰਦਰ ਦੁੱਖ ਨੇ, ਉਹ ਸਾਰੇ ਔਗੁਣਾਂ ਕਰਕੇ ਨੇ। ਚਾਹੇ ਉਹ ਝੂਠ ਹੈ, ਫਰੇਬ ਹੈ, ਲੋਭ ਹੈ, ਜਾਂ ਹੋਰ ਅਨੇਕਾਂ ਕਿਸਮ ਦੇ ਵਿਕਾਰ ਨੇ, ਉਹਨਾਂ ਕਰਕੇ ਦੁੱਖ ਨੇ। ਜੇ ਜ਼ਿੰਦਗੀ ਦੇ ਅੰਦਰ ਕੋਈ ਇਨਸਾਨ ਸੁਖ ਚਾਹੁੰਦਾ ਹੈ ਤਾਂ ਉਹਨੂੰ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿ। ਤਾਂ ਗੁਰੂ ਜੀ ਕਹਿੰਦੇ ਨੇ ਕਿ ਹੇ ਭਾਈ, ਤੂੰ ਪ੍ਰਭੂ ਦੇ ਗੁਣ ਨਹੀਂ ਗਾਏ, ਗੁਣਾਂ ਦਾ ਧਾਰਨੀ ਨਹੀਂ ਹੋਇਆ, ਇਸ ਕਰਕੇ ਤੂੰ ਆਪਣੇ ਜਨਮ ਨੂੰ ਦੁਖਦਾਈ ਬਣਾ ਲਿਆ ਹੈ। ਤੇਰੇ ਜੀਵਨ ਦਾ ਫਲ ਜਿਹੜਾ ਹੈ ਉਹ ਦੁੱਖ ਨਿਕਲ ਰਿਹਾ ਹੈ। ਤਾਂ ਹੁਣ ਇਹਨਾਂ ਦੁੱਖਾਂ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ? ਜੇ ਜੀਵਨ ਦੁਖਦਾਈ ਹੋ ਗਿਆ ਹੈ, ਜੇ ਜੀਵਨ ਨੂੰ ਦੁਖਦਾਈ ਕਰ ਬੈਠਾ ਹੈ ਕੋਈ ਬੰਦਾ, ਤਾਂ ਉਹਦੇ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ? ਤਾਂ ਉਹਦਾ ਹੱਲ ਦੱਸ ਰਹੇ ਨੇ। ਕਹੋ ਨਾਨਕ ਹਰਿ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਮਨਾ ਦਾ ਮਤਲਬ ਹੈ ਮਨ। ਜਿਹ ਬਿਦ ਦਾ ਮਤਲਬ ਹੈ ਜਿਸ ਤਰੀਕੇ ਨਾਲ, ਜਿਸ ਤਰ੍ਹਾਂ। ਜਲ ਕੋ ਦਾ ਮਤਲਬ ਪਾਣੀ ਨੂੰ, ਮੀਨ ਦਾ ਮਤਲਬ ਮੱਛੀ। ਭਜਮਨਾ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ ਕਰ, ਰੱਬੀ ਗੁਣ ਗਾ, ਰੱਬੀ ਗੁਣਾਂ ਦਾ ਧਾਰਨੀ ਹੋ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਮਨ, ਪ੍ਰਭੂ ਦੀ ਸਿਫਤ ਸਲਾਹ ਕਰਿਆ ਕਰ ਤੇ ਪ੍ਰਭੂ ਦੇ ਗੁਣਾਂ ਨੂੰ ਇਸ ਤਰ੍ਹਾਂ ਜ਼ਿੰਦਗੀ ਦਾ ਆਸਰਾ ਬਣਾ, ਜਿਵੇਂ ਮੱਛੀ ਪਾਣੀ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਂਦੀ ਹੈ। ਜਿਵੇਂ ਪਾਣੀ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਕੇ ਰੱਖਦੀ ਹੈ, ਜਿਵੇਂ ਪਾਣੀ ਮੱਛੀ ਦੀ ਜ਼ਿੰਦਗੀ ਦਾ ਆਸਰਾ ਹੈ, ਐਵੇਂ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ। ਹੁਣ ਮੱਛੀ ਨੂੰ ਪਾਣੀ ਚੋਂ ਬਾਹਰ ਕੱਢੋ ਤਾਂ ਮੱਛੀ ਤੜਪ ਤੜਪ ਕੇ ਮਰ ਜਾਏਗੀ। ਮੱਛੀ ਨੂੰ ਦੁੱਖ ਵੀ ਹੋਏਗਾ ਔਰ ਮੱਛੀ ਦੀ ਮੌਤ ਵੀ ਹੋ ਜਾਏਗੀ। ਇਸੇ ਤਰ੍ਹਾਂ ਜੇ ਕੋਈ ਬੰਦਾ ਰੱਬੀ ਗੁਣਾਂ ਨੂੰ ਛੱਡ ਦੇਵੇ ਤਾਂ ਉਹਦੀ ਜ਼ਿੰਦਗੀ ਦੇ ਅੰਦਰ ਦੁੱਖ ਵੀ ਹੋਏਗਾ ਔਰ ਉਹਦੀ ਆਤਮਿਕ ਮੌਤ ਵੀ ਹੋ ਜਾਏਗੀ। ਇਸ ਲਈ ਜੇ ਤੂੰ ਖੁਸ਼ੀ ਚਾਹੁੰਦਾ ਹੈ, ਆਤਮਿਕ ਜ਼ਿੰਦਗੀ ਚਾਹੁੰਦਾ ਹੈ, ਆਪਣੇ ਜੀਵਨ ਨੂੰ ਸੁਖਦਾਈ ਬਣਾਉਣਾ ਚਾਹੁੰਦਾ ਹੈ, ਤਾਂ ਫਿਰ ਰੱਬੀ ਗੁਣਾਂ ਦਾ ਧਾਰਨੀ ਹੋ ਔਰ ਰੱਬੀ ਗੁਣਾਂ ਨੂੰ ਇਸ ਤਰ੍ਹਾਂ ਆਪਣੀ ਜ਼ਿੰਦਗੀ ਦਾ ਆਧਾਰ, ਬੇਸ ਔਰ ਆਸਰਾ ਬਣਾ, ਜਿਵੇਂ ਮੱਛੀ ਨੇ ਪਾਣੀ ਨੂੰ ਬਣਾਇਆ ਹੁੰਦਾ ਹੈ। ਅਗਲਾ ਬਚਨ ਕਰਦੇ ਨੇ, ਦੇਖਿਅਨ ਸਿਉ ਕਾਹੇ ਰਚਿਓ, ਨਿਮਕ ਨਾ ਹੋਏ ਉਦਾਸ। ਕਹੋ ਨਾਨਕ ਹਰਿ ਭਜ ਮਨਾ,
ਪਰੈ ਨਾ ਜਮ ਕੀ ਫਾਸ। ਵਿਖਿਆਨ ਸੋ ਦਾ ਮਤਲਬ ਵਿਸ਼ਿਆਂ ਦੇ ਨਾਲ, ਵਿਖ ਦਾ ਮਤਲਬ ਜ਼ਹਿਰ। ਜਿਹੜੀ ਚੀਜ਼ ਖਾਣ ਦੇ ਨਾਲ ਸਰੀਰਕ ਮੌਤ ਹੋ ਜਾਏ ਉਸ ਨੂੰ ਕਹਿੰਦੇ ਨੇ ਜ਼ਹਿਰ, ਤੇ ਜਿਹੜੇ ਕਰਮ ਕਰਨ ਦੇ ਨਾਲ ਬੰਦੇ ਦੀ ਆਤਮਿਕ ਮੌਤ ਹੋ ਜਾਏ, ਜ਼ਮੀਰ ਮਰ ਜਾਏ, ਬੰਦੇ ਦੇ ਅੰਦਰੋਂ ਇਨਸਾਨੀਅਤ ਮਰ ਜਾਏ, ਉਹਨਾਂ ਕਰਮਾਂ ਨੂੰ ਵੀ ਗੁਰੂ ਜੀ ਵਿਖ ਕਹਿ ਰਹੇ ਨੇ। ਵਿਖਿਆਨ ਦਾ ਮਤਲਬ ਵਿਸ਼ੇ ਵਿਕਾਰ, ਆਤਮਿਕ ਮੌਤ ਲਿਆਉਣ ਵਾਲੇ ਔਗਣ। ਕਾਹੇ ਰਚਿਓ ਦਾ ਮਤਲਬ ਕਿਉਂ ਰਚਿਆ ਮਿਚਿਆ ਹੋਇਆ ਹੈ। ਨਿਮਖ ਦਾ ਮਤਲਬ ਅੱਖ ਝਮਕਣ ਜਿੰਨਾ ਸਮਾਂ। ਨਾ ਹੋਏ ਦਾ ਮਤਲਬ ਤੂੰ ਹੁੰਦਾ ਨਹੀਂ। ਉਦਾਸ ਦਾ ਮਤਲਬ ਇੱਥੇ ਹੈਗਾ ਉਪਰਾਮ। ਤੂੰ ਵਿਸ਼ਿਆਂ ਦੇ ਨਾਲ ਇੰਨਾ ਕਿਉਂ ਮਸਤ ਰਹਿੰਦਾ ਹੈ। ਵਿਖਿਆਨ ਸਿਉ ਕਾਹੇ ਰਚਿਓ, ਵਿਸ਼ੇ ਵਿਕਾਰਾਂ ਦੇ ਨਾਲ ਕਿਉਂ ਇੰਨਾ ਰਚਿਆ ਮਿਚਿਆ ਹੋਇਆ ਹੈ, ਕਿਉਂ ਖਚਤ ਰਹਿੰਦਾ ਹੈ, ਕਿਉਂ ਮਸਤ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ, ਨੈਗੇਟਿਵਿਟੀ, ਨਕਾਰਾਤਮਕਤਾ, ਇਹਨਾਂ ਦੇ ਨਾਲ ਕਿਉਂ ਰਚਿਆ ਹੋਇਆ ਹੈ, ਕਿਉਂ ਇੰਨਾ ਮਸਤ ਹੈ। ਨਿਮਖ ਨਾ ਹੋਏ ਉਦਾਸ ਦਾ ਮਤਲਬ ਕਿ ਇੱਕ ਪਲ ਵਾਸਤੇ ਵੀ ਤੂੰ ਇਹਨਾਂ ਤੋਂ ਉਪਰਾਮ ਨਹੀਂ ਹੁੰਦਾ, ਇੱਕ ਪਲ ਵਾਸਤੇ ਵੀ ਇਹਨਾਂ ਵਿਕਾਰਾਂ ਤੋਂ ਤੂੰ ਦੂਰ ਨਹੀਂ ਹੁੰਦਾ। ਅਗਲਾ ਬਚਨ ਕਰਕੇ ਸਮਝਾ ਰਹੇ ਨੇ, ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਫਾਸ। ਫਾਸ ਦਾ ਮਤਲਬ ਫਾਹੀ। ਹਰ ਭਜ ਮਨਾ ਦਾ ਮਤਲਬ ਰੱਬੀ ਗੁਣ ਗਾ, ਰੱਬੀ ਗੁਣਾਂ ਦਾ ਧਾਰਨੀ ਹੋ। ਧੰਨ ਗੁਰੂ ਤੇਗ ਬਹਾਦਰ ਜੀ ਬਚਨ ਕਰਦੇ ਹਨ ਕਿ ਹੇ ਮੇਰੇ ਮਨ, ਪ੍ਰਭੂ ਦੀ ਸਿਫਤ ਸਲਾਹ ਕਰ, ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ, ਜਿਸ ਕਰਕੇ ਤੈਨੂੰ ਜਮਾਂ ਦੀ ਫਾਹੀ ਨਾ ਪਵੇ। ਜਮਾਂ ਦਾ ਮਤਲਬ ਹੈ ਵਿਕਾਰ ਜਿਹੜੇ ਨੇ, ਆਤਮਿਕ ਮੌਤ ਜਿਹੜੀ ਹੈ, ਆਤਮਿਕ ਮੌਤ ਦੀ ਫਾਹੀ ਤੈਨੂੰ ਨਾ ਪਵੇ। ਰੱਬੀ ਗੁਣਾਂ ਦਾ ਧਾਰਨੀ ਹੋ, ਜਿਸ ਕਰਕੇ ਵਿਕਾਰਾਂ ਦੀ ਫਾਹੀ ਤੈਨੂੰ ਨਾ ਪਵੇ, ਤੇਰੀ ਆਤਮਿਕ ਮੌਤ ਨਾ ਹੋਵੇ, ਤੂੰ ਆਤਮਿਕ ਜ਼ਿੰਦਗੀ ਜੀ ਸਕੇ। ਇਸ ਲਈ ਹਰੀ ਦੀ ਸਿਫਤ ਸਲਾਹ ਕਰਦਾ ਰਹੋ, ਰੱਬੀ ਗੁਣਾਂ ਦੇ ਨਾਲ ਜੁੜਿਆ ਰਹੋ, ਜਿਸ ਕਰਕੇ ਵਿਕਾਰਾਂ ਦੀ, ਪਾਪਾਂ, ਅਪਰਾਧਾਂ ਦੀ, ਆਤਮਿਕ ਮੌਤ ਦੀ ਫਾਹੀ ਤੇਰੇ ਗਲ ਵਿੱਚ ਨਾ ਪਵੇ। ਤਰਨਾ ਕੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਤਰਨਾਪੋ ਤੇ ਥੋੜਾ ਜਿਹਾ ਰੁਕਣਾ ਹੈ। ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਤਰਨਾਪੋ ਦਾ ਮਤਲਬ ਹੁੰਦਾ ਹੈ ਜਵਾਨੀ। ਇਉਂ ਹੀ ਦਾ ਮਤਲਬ ਐਵੇਂ ਹੀ, ਬੇਪਰਵਾਹੀ ਵਿੱਚ। ਜਰਾ ਦਾ ਮਤਲਬ ਬੁਢੇਪਾ। ਜੀਤ ਲਿਓ ਦਾ ਮਤਲਬ ਜਿੱਤ ਲਿਆ। ਤੇਰੀ ਜਵਾਨੀ ਬੇਪਰਵਾਹੀ ਵਿੱਚ ਹੀ ਲੰਘ ਗਈ ਤੇ ਤੇਰੇ ਸਰੀਰ ਨੂੰ ਬੁਢੇਪੇ ਨੇ ਜਿੱਤ ਲਿਆ। ਕਹੋ ਨਾਨਕ ਭਜ ਹਰ ਮਨਾ, ਔਧ ਜਾਤ ਹੈ ਬੀਤ। ਔਧ ਦਾ ਮਤਲਬ ਉਮਰ। ਜਾਤ ਹੈ ਬੀਤ ਦਾ ਮਤਲਬ ਬੀਤਦੀ ਜਾ ਰਹੀ ਹੈ, ਗੁਜ਼ਰਦੀ ਜਾ ਰਹੀ ਹੈ। ਧੰਨ ਗੁਰੂ ਤੇਗ ਬਹਾਦਰ ਜੀ ਬਚਨ ਕਰਦੇ ਨੇ, ਹੇ ਮਨ, ਪ੍ਰਭੂ ਦੀ ਸਿਫਤ ਸਲਾਹ ਕਰ, ਤੇਰੀ ਉਮਰ ਐਵੇਂ ਹੀ ਵਿਅਰਥ ਲੰਘਦੀ ਚਲੀ ਜਾ ਰਹੀ ਹੈ, ਤੂੰ ਰੱਬੀ ਗੁਣਾਂ ਦਾ ਧਾਰਨੀ ਹੋ। ਜਵਾਨੀ ਤੇਰੀ ਐਵੇਂ ਹੀ ਬੇਪਰਵਾਹੀ ਵਿੱਚ ਚਲੀ ਗਈ, ਤੇਰੇ ਸਰੀਰ ਤੇ ਬੁਢੇਪਾ ਆ ਗਿਆ, ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ। ਤੂੰ ਪ੍ਰਭੂ ਦੇ ਗੁਣ ਗਾ, ਤੇਰੀ ਜ਼ਿੰਦਗੀ ਐਵੇਂ ਹੀ ਬੀਤਦੀ ਜਾ ਰਹੀ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਬੰਦਾ ਬਚਪਨ ਵਿੱਚ, ਜਵਾਨੀ ਵਿੱਚ, ਬੁਢੇਪੇ ਦੇ ਅੰਦਰ ਜੇ ਰੱਬੀ ਗੁਣਾਂ ਦਾ ਧਾਰਨੀ ਨਹੀਂ ਹੁੰਦਾ ਤਾਂ ਬਚਪਨ, ਜਵਾਨੀ ਔਰ ਬੁਢੇਪਾ ਵਿਅਰਥ ਚਲਾ ਜਾਂਦਾ ਹੈ। ਤੇ ਜੇ ਬੰਦਾ ਬਚਪਨ, ਜਵਾਨੀ, ਬੁਢੇਪੇ ਨੂੰ ਗੁਣਾਂ ਦੇ ਨਾਲ ਬਤੀਤ ਕਰੇ ਤਾਂ ਇਹਦੀਆਂ ਤਿੰਨੇ ਹੀ ਅਵਸਥਾਵਾਂ, ਭਾਵ ਪੂਰੇ ਦਾ ਪੂਰਾ ਜੀਵਨ ਸਫਲ ਔਰ ਸੁਚੱਜਾ ਹੋ ਜਾਂਦਾ ਹੈ। ਇਸ ਨੂੰ ਖੁਸ਼ੀ ਔਰ ਖੇੜਾ ਮਿਲਦਾ ਹੈ। ਇੱਕ ਤਾਂ ਹੈ ਸਰੀਰਕ ਜਵਾਨੀ। ਸਰੀਰਕ ਤੌਰ ਤੇ ਜਵਾਨ ਇਸ ਦੁਨੀਆ ਵਿੱਚ ਬਹੁਤ ਲੋਕ ਮਿਲ ਜਾਣਗੇ, ਲੇਕਿਨ ਇੱਕ ਹੈ ਆਤਮਿਕ ਜਵਾਨੀ। ਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਇਆ ਹੈ, ਨਾਨਕ ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀ। ਮਨਮੁਖ ਬਾਲਕ ਬਿਰਧ ਸਮਾਨ ਹੈ। ਮਨਮੁਖ ਦਾ ਮਤਲਬ ਜੋ ਆਪ ਖੁਦਰਾ ਮਨੁੱਖ ਹੈ, ਰੱਬੀ ਰਜਾ ਵਿੱਚ ਨਹੀਂ ਤੁਰਦਾ, ਰੱਬੀ ਗੁਣਾਂ ਦਾ ਧਾਰਨੀ ਨਹੀਂ ਹੈ,
ਸੱਚ ਆਦਿਕ ਨੂੰ, ਸੱਚ ਨੂੰ ਬੇਸ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਿਆ ਨਹੀਂ ਕਰਦਾ, ਤਾਂ ਐਸਾ ਜੋ ਮਨੁੱਖ ਹੈ ਜਵਾਨ ਹੁੰਦਾ ਹੋਇਆ ਵੀ ਬੁੱਢਾ ਹੀ ਹੈ। ਐਸਾ ਮਨੁੱਖ ਜਵਾਨ ਹੁੰਦਾ ਵੀ ਬੁੱਢਾ ਹੀ ਹੈ। ਜਿਵੇਂ ਆਪਾਂ ਪਹਿਲਾਂ ਕਈ ਵਾਰ ਵਿਚਾਰ ਕੀਤੀ ਹੈ ਕਿ ਬੰਦੇ ਆਮ ਜੋ ਨੇ, ਬਹੁ ਗਿਣਤੀ ਲੋਕ ਬਚਪਨ ਤੋਂ ਸਿੱਧੇ ਬੁਢੇਪੇ ਵਿੱਚ ਹੀ ਚਲੇ ਜਾਂਦੇ ਨੇ, ਆਤਮਕ ਬੁਢੇਪਾ ਸਹਿੜ ਲੈਂਦੇ ਨੇ। ਜਿਵੇਂ ਸਰੀਰਕ ਬੁਢੇਪੇ ਦੀਆਂ ਕੁਝ ਨਿਸ਼ਾਨੀਆਂ ਨੇ ਕਿ ਜਵਾਨੀ ਜਿੰਨਾ ਕੰਮ ਭੱਜ ਦੌੜ ਬੰਦਾ ਬੁਢੇਪੇ ਵਿੱਚ ਨਹੀਂ ਕਰ ਸਕਦਾ। ਬੁਢੇਪੇ ਵਿੱਚ ਆ ਕੇ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਸੁਣਾਈ ਦੇਣਾ ਘੱਟ ਹੋ ਜਾਂਦਾ, ਬੋਲਣ ਦੀ ਤਾਕਤ ਘਟ ਜਾਂਦੀ ਹੈ, ਸੁਣਨਾ ਘਟ ਜਾਂਦਾ ਹੈ। ਇਹ ਬੁਢੇਪੇ ਦੀਆਂ ਨਿਸ਼ਾਨੀਆਂ ਨੇ। ਹੁਣ ਅਸੀਂ ਕਹਿੰਦੇ ਆ ਸਭ ਮਹਿ ਜੋਤ, ਜੋਤ ਹੈ ਸੋਏ, ਪਰ ਜੇ ਬੰਦਾ ਹਰ ਇਨਸਾਨ ਦੇ ਅੰਦਰ ਰੱਬੀ ਨੂਰ, ਜ਼ਹੂਰ, ਜਲਵੇ, ਰੱਬੀ ਗੁਣਾ ਨੂੰ ਨਹੀਂ ਵੇਖਦਾ ਔਰ ਜੋਤ ਦੀ ਬਜਾਏ ਜਾਤ ਨੂੰ ਵੇਖਦਾ ਹੈ, ਤਾਂ ਇਹਦਾ ਮਤਲਬ ਉਹਦੀ ਆਤਮਕ ਜੋ ਨਜ਼ਰ ਹੈ ਨਾ ਅੰਦਰ ਦੀ ਕਮਜ਼ੋਰ ਹੋ ਗਈ ਨਾ। ਇਹ ਬੁਢੇਪੇ ਦੀ ਨਿਸ਼ਾਨੀ ਹੈ ਕਿ ਅੱਖਾਂ ਨਾਲ ਸਾਫ਼ ਦਿਸਦਾ ਨਹੀਂ, ਕੁਝ ਹੋਰ ਦਾ ਹੋਰ ਦਿਸਦਾ। ਜੋਤ ਦੀ ਬਜਾਏ ਜਾਤ ਦਿਸ ਰਹੀ ਹੈ, ਮੇਰ ਤੇਰ ਦੇ ਵਿਤਕਰਿਆਂ ਨਾਲ ਬੰਦਾ ਦੇਖ ਰਿਹਾ ਹੈ, ਤਾਂ ਇਹਦਾ ਮਤਲਬ ਉਹਦੇ ਤੇ ਆਤਮਕ ਬੁਢੇਪਾ ਆ ਚੁੱਕਾ ਹੈ, ਉਹ ਆਤਮਕ ਤੌਰ ਤੇ ਜਵਾਨ ਨਹੀਂ ਰਿਹਾ। ਠੇਕਾ ਸ਼ਰਾਬ ਦਾ 50 ਕਿਲੋਮੀਟਰ ਦੂਰ ਹੈ, ਬੰਦਾ ਉੱਥੇ ਪਹੁੰਚ ਜਾਂਦਾ ਹੈ, ਲੇਕਿਨ ਗੁਆਂਢ ਦੇ ਅੰਦਰ ਗੁਰਦੁਆਰਾ ਧਰਮ ਸਥਾਨ ਹੈ, ਉੱਥੇ ਬੰਦਾ ਨਹੀਂ ਪਹੁੰਚਦਾ। ਬੁਰੇ ਕੰਮਾਂ ਵਾਸਤੇ ਦੌੜ ਦੌੜ ਪਹੁੰਚਦਾ, ਲੇਕਿਨ ਭਲੇ ਕੰਮਾਂ ਲਈ ਇਹਨੂੰ ਤੁਰਨਾ ਮੁਹਾਲ ਹੋ ਜਾਂਦਾ ਹੈ। ਤਾਂ ਇਹਦਾ ਮਤਲਬ ਆਤਮਕ ਬੁਢੇਪਾ ਆ ਗਿਆ ਨਾ, ਪੈਰਾਂ ਵਿੱਚ ਆਤਮਕ ਬੁਢੇਪਾ ਆ ਗਿਆ। ਹੱਥਾਂ ਦੇ ਨਾਲ ਸ਼ਰਾਬਾਂ ਪੀਣ ਲਈ ਤਿਆਰ ਹੈ, ਵਿਕਾਰ ਕਮਾਉਣ ਲਈ ਤਿਆਰ ਹੈ, ਬੇਗਾਨੇ ਹੱਕ ਖਾਂਦਾ ਹੈ, ਹੱਥਾਂ ਨਾਲ ਕਿਸੇ ਦੀ ਹੈਲਪ ਨਹੀਂ ਕਰਦਾ, ਚੰਗੇ ਕਰਮ ਨਹੀਂ ਕਰਦਾ, ਤਾਂ ਇਹਦਾ ਮਤਲਬ ਆਤਮਕ ਬੁਢੇਪਾ ਆ ਗਿਆ। ਕੰਨਾਂ ਦੇ ਨਾਲ ਰੱਬੀ ਸਿਫਤ ਸਲਾਹ ਨਹੀਂ ਸੁਣਦਾ, ਸੱਚ ਨਹੀਂ ਸੁਣਦਾ, ਸਮਾਜ ਭਲੇ ਦੀ ਗੱਲ ਨਹੀਂ ਸੁਣਦਾ, ਇਨਸਾਨੀਅਤ ਦੀ ਗੱਲ, ਗੁਰਬਾਣੀ ਦੀ ਗੱਲ, ਰੱਬੀ ਸਿਫਤ ਸਲਾਹ ਦੀ ਗੱਲ ਨਹੀਂ ਸੁਣਦਾ, ਤਾਂ ਆਤਮਿਕ ਤੌਰ ਤੇ ਬੁਢੇਪਾ ਆ ਗਿਆ ਨਾ, ਕੰਨ ਬੁੱਢੇ ਹੀ ਹੋ ਗਏ। ਤਾਂ ਗੁਰੂ ਜੀ ਕਹਿੰਦੇ ਨੇ ਤੇਰੀ ਆਤਮਿਕ ਜਵਾਨੀ ਜੋ ਤੇਰੇ ਤੇ ਆਉਣੀ ਸੀ, ਉਹ ਤੇਰੀ ਐਵੇਂ ਲੰਘ ਗਈ ਉਮਰ। ਲਿਓ ਜਰਾ ਤਨਜੀਤ, ਤੇਰੇ ਸਰੀਰ ਨੂੰ ਜਿਵੇਂ ਸਰੀਰਕ ਬੁਢੇਪਾ ਆ ਜਾਂਦਾ ਹੈ, ਤੇਰੇ ਅੰਦਰ ਆਤਮਿਕ ਬੁਢੇਪਾ ਵੀ ਆਇਆ ਹੋਇਆ, ਆਤਮਿਕ ਤੌਰ ਤੇ ਤੂੰ ਬੁੱਢਾ ਹੋਇਆ ਪਿਆ ਹੈ। ਇਸ ਲਈ ਕੀ ਕਰ, ਕਹੋ ਨਾਨਕ ਭਜ ਹਰ ਮਨਾ, ਕਿ ਹੈ ਮੇਰੇ ਮਨ ਪ੍ਰਭੂ ਦੀ ਸਿਫਤ ਸਲਾਹ ਕਰ, ਰੱਬੀ ਗੁਣ ਗਾ। ਔਦ ਜਾਤ ਹੈ ਬੀਤ, ਤੇਰੀ ਉਮਰ ਤਾਂ ਇਸੇ ਤਰ੍ਹਾਂ ਬੀਤਦੀ ਜਾ ਰਹੀ ਹੈ, ਪਲ ਪਲ ਤੂੰ ਮਰਦਾ ਜਾ ਰਿਹਾ ਹੈ। ਜਿਵੇਂ ਸਰੀਰਕ ਉਮਰ ਖਤਮ ਹੁੰਦੀ ਜਾ ਰਹੀ ਹੈ ਨਾ, ਸਰੀਰਕ ਮੌਤ ਨੇੜੇ ਹੁੰਦੀ ਹੈ, ਐਵੇਂ ਬੰਦਾ ਪਲ ਪਲ, ਹਰ ਪਲ ਜੇ ਸੱਚ ਨਾਲੋਂ ਟੁੱਟ ਜਾਏ ਤੇ ਆਤਮਿਕ ਮੌਤ ਤੇ ਵੀ ਮਰ ਜਾਂਦਾ ਹੈ, ਇਨਸਾਨੀਅਤ ਵੀ ਮਰਦੀ ਜਾਂਦੀ ਹੈ। ਇਨਸਾਨੀਅਤ ਵਾਲੀ ਜ਼ਿੰਦਗੀ ਜੀ, ਰੱਬੀ ਗੁਣਾਂ ਦੇ ਨਾਲ ਜੁੜ, ਤੇਰੀ ਆਤਮਿਕ ਮੌਤ ਐਵੇਂ ਹੀ ਬਰਬਾਦ, ਆਤਮਿਕ ਜੀਵਨ ਐਵੇਂ ਹੀ ਬਰਬਾਦ ਹੁੰਦਾ ਜਾ ਰਿਹਾ ਹੈ। ਤਾਂ ਜਿਵੇਂ ਸਰੀਰਕ ਮੌਤ ਨਜ਼ਦੀਕ ਆ ਰਹੀ ਹੈ, ਇਸੇ ਤਰ੍ਹਾਂ ਜੇ ਤੂੰ ਸੱਚ ਨਾਲੋਂ, ਰੱਬੀ ਗੁਣਾਂ ਨਾਲੋਂ ਟੁੱਟਿਆ ਰਹੇਗਾ ਤਾਂ ਤੇਰੀ ਆਤਮਿਕ ਮੌਤ ਹੋ ਜਾਏਗੀ। ਇਸ ਕਰਕੇ ਹਰ ਪਲ ਨੂੰ ਸੰਭਾਲ, ਰੱਬੀ ਗੁਣਾਂ ਦੇ ਨਾਲ ਜੁੜਿਆ ਰਹੋ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਬਿਰਧ ਦਾ ਮਤਲਬ ਬੁੱਢਾ, ਬਿਰਧ ਭਇਓ ਦਾ ਮਤਲਬ ਬੁੱਢਾ ਹੋ ਗਿਆ ਹੈ। ਸੂਝੈ ਨਹੀਂ ਦਾ ਮਤਲਬ ਸਮਝ ਨਹੀਂ ਪੈਂਦੀ, ਕਾਲ ਦਾ ਮਤਲਬ ਮੌਤ, ਆਨ ਦਾ ਮਤਲਬ ਆ ਕੇ। ਵੇਖ ਤੂੰ ਹੁਣ ਬੁੱਢਾ ਹੋ ਗਿਆ ਹੈ, ਪਰ ਤੈਨੂੰ ਅਜੇ ਵੀ ਸਮਝ ਨਹੀਂ ਆ ਰਹੀ ਕਿ ਮੌਤ ਸਿਰ ਤੇ ਕੂਕ ਰਹੀ ਹੈ। ਬਿਰਧ ਭਇਓ, ਬੁੱਢਾ ਹੋ ਗਿਆ ਤੂੰ ਸਰੀਰ ਕਰਕੇ। ਸੂਝੇ ਨਹੀਂ ਤੇ ਤੈਨੂੰ ਹਾਲੇ ਵੀ ਨਹੀਂ ਸੁਝਦਾ, ਹਾਲੇ ਵੀ ਨਹੀਂ ਸਮਝ ਆ ਰਹੀ ਕਿ ਕਾਲ ਪਹੁੰਚਿਓ ਆਨ, ਕਿ ਮੌਤ ਮੇਰੇ ਸਿਰ ਤੇ ਕੂਕ ਰਹੀ ਹੈ। ਵੈਸੇ ਤਾਂ ਕੋਈ ਬਚਪਨ ਵਿੱਚ ਵੀ ਮਰ ਸਕਦਾ ਹੈ, ਜਵਾਨੀ ਵਿੱਚ ਵੀ ਮਰ ਸਕਦਾ ਹੈ, ਲੇਕਿਨ ਬਜ਼ੁਰਗ ਨੂੰ ਤੇ ਪਤਾ ਹੀ ਹੁੰਦਾ ਨਾ ਕਿ ਇਸ ਤੋਂ ਅੱਗੇ ਮੌਤ ਹੀ ਹੈ। ਬੱਚੇ ਨੂੰ ਹਾਲੇ ਆਸ ਹੁੰਦੀ ਹੈ ਜਵਾਨ ਹੋਣ ਦੀ, ਤੇ ਜਵਾਨ ਨੂੰ ਆਸ ਹੁੰਦੀ ਹੈ ਕਿ ਹਾਲੇ ਮੈਂ ਬੁੱਢਾ ਹੋਣਾ ਹੈ, ਪਰ ਬੁਢੇਪੇ ਤੋਂ ਅੱਗੇ ਤੇ ਮੌਤ ਹੀ ਦਿਸਦੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਵੇਖ ਤੂੰ ਬੁੱਢਾ ਹੋ ਗਿਆ ਹੈ, ਤੈਨੂੰ ਹਾਲੇ ਵੀ ਸਮਝ ਨਹੀਂ ਆਉਂਦੀ ਕਿ ਮੇਰੇ ਸਿਰ ਤੇ ਮੌਤ ਕੂਕ ਰਹੀ ਹੈ। ਇਹ ਤਾਂ ਹੋ ਗਈ ਸਰੀਰਕ ਮੌਤ ਦੀ ਗੱਲ। ਤੇ ਯਾਦ ਰੱਖਣਾ, ਆਤਮਿਕ ਤੌਰ ਤੇ ਵੀ ਜੇ ਕੋਈ ਬੰਦਾ ਸੱਚ ਨਾਲ ਨਹੀਂ ਜੁੜਿਆ, ਜਿਸ ਦੇ ਅੰਦਰ ਉਦਮ ਨਹੀਂ ਹੈ, ਇਨਸਾਨੀਅਤ ਨਹੀਂ ਹੈ,
ਅੱਖਾਂ ਨਾਲ ਹਾਰੇ ਵਿੱਚ ਰੱਬ ਨੂੰ ਨਹੀਂ ਵੇਖਦਾ, ਜ਼ਬਾਨ ਨਾਲ ਉਹ ਸੱਚੇ ਪਿਆਰੇ ਬੋਲ ਨਹੀਂ ਬੋਲਦਾ, ਕੰਨਾਂ ਦੇ ਨਾਲ ਉਹ ਸੱਚ ਨਹੀਂ ਸੁਣਦਾ, ਪੈਰਾਂ ਨਾਲ ਸਿੱਧੇ ਰਾਹਾਂ ਤੇ ਨਹੀਂ ਤੁਰਦਾ, ਹੱਥਾਂ ਨਾਲ ਚੰਗੇ ਕਰਮ ਨਹੀਂ ਕਰਦਾ, ਤੇ ਆਤਮਿਕ ਬੁਢੇਪਾ ਤੇ ਆਇਆ ਹੋਇਆ, ਆਤਮਿਕ ਤੌਰ ਤੇ ਬੁਢੇਪਾ ਆ ਗਿਆ। ਤੇ ਤੈਨੂੰ ਸਮਝ ਨਹੀਂ ਆ ਰਹੀ ਕਿ ਇਹ ਕਰਮ ਆਤਮਿਕ ਬੁਢੇਪਾ ਲਿਆਉਣ ਵਾਲੇ ਮੇਰੇ ਸਿਰ ਦੇ ਉੱਤੇ ਆਤਮਿਕ ਮੌਤ ਨੂੰ ਲਿਆ ਰਹੇ ਨੇ। ਇਹ ਨਾਲ ਦੇ ਨਾਲ ਇਹਨਾਂ ਅਰਥਾਂ ਨੂੰ ਵੀ ਵਿਚਾਰਦੇ ਜਾਣਾ ਹੈ। ਤਾਂ ਹੁਣ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ? ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ। ਨਰ ਬਾਵਰੇ ਦਾ ਮਤਲਬ ਹੈ ਝੱਲੇ ਮਨੁੱਖ, ਨਾ ਭਜੈ ਦਾ ਮਤਲਬ ਕਿ ਤੂੰ ਰੱਬੀ ਸਿਫਤ ਸਲਾਹ ਕਿਉਂ ਨਹੀਂ ਕਰਦਾ। ਗੁਰੂ ਜੀ ਕਹਿੰਦੇ ਨੇ ਕਿ ਹੇ ਝੱਲੇ ਮਨੁੱਖ, ਤੂੰ ਪ੍ਰਭੂ ਦੀ ਸਿਫਤ ਸਲਾਹ ਕਿਉਂ ਨਹੀਂ ਕਰਦਾ, ਰੱਬੀ ਗੁਣਾਂ ਦਾ ਧਾਰਨੀ ਕਿਉਂ ਨਹੀਂ ਹੁੰਦਾ, ਤੂੰ ਜ਼ਬਾਨ ਕਰਕੇ ਸੱਚੇ ਪਿਆਰੇ ਬੋਲ ਕਿਉਂ ਨਹੀਂ ਬੋਲਦਾ, ਅੱਖਾਂ ਦੇ ਨਾਲ ਹਰ ਇਨਸਾਨ ਨੂੰ ਰੱਬੀ ਰੂਪ ਕਰਕੇ, ਹਰ ਧੀ ਭੈਣ ਨੂੰ ਆਪਣੀ ਧੀ ਭੈਣ ਕਰਕੇ ਕਿਉਂ ਨਹੀਂ ਜਾਣਦਾ? ਕੀ ਕਾਰਨ ਹੈ? ਰੀਜਨ ਕੀ ਹੈ? ਕੰਨਾਂ ਨਾਲ ਸੱਚ ਕਿਉਂ ਨਹੀਂ ਸੁਣਦਾ, ਹੱਥਾਂ ਨਾਲ ਚੰਗੇ ਕੰਮ ਕਿਉਂ ਨਹੀਂ ਕਰਦਾ, ਮਨ ਕਰਕੇ ਸਕਾਰਾਤਮਕ ਕਿਉਂ ਨਹੀਂ ਸੋਚਦਾ? ਤਾਂ ਸਾਨੂੰ ਇਧਰ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਹੇ ਝੱਲੇ ਮਨੁੱਖ, ਤੂੰ ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ, ਯਾਨੀ ਰੱਬੀ ਗੁਣਾਂ ਦਾ ਧਾਰਨੀ ਕਿਉਂ ਨਹੀਂ ਹੁੰਦਾ। ਤਾਂ ਜਿਹੜਾ ਇਨਸਾਨ ਸੱਚ ਨੂੰ ਛੱਡ ਕੇ, ਰੱਬੀ ਗੁਣਾਂ ਨੂੰ ਛੱਡ ਕੇ ਔਗਣਾਂ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ, ਅਸਲ ਦੇ ਵਿੱਚ ਉਹ ਝੱਲਾ ਹੀ ਹੈ ਨਾ। ਝੱਲੇ ਮਨੁੱਖ ਦਾ ਜ਼ਿੰਦਗੀ ਦਾ ਕੋਈ ਏਮ ਨਹੀਂ ਹੁੰਦਾ। ਮੂਰਖ ਮਨੁੱਖ ਦੀ, ਪਾਗਲ ਮਨੁੱਖ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹਨੂੰ ਪਤਾ ਨਹੀਂ ਮੈਂ ਕੀ ਬੋਲ ਰਿਹਾ ਹਾਂ, ਮੇਰੇ ਬੋਲਾਂ ਦਾ ਰਿਜ਼ਲਟ ਕੀ ਨਿਕਲੇਗਾ। ਜਿਹੜਾ ਪਾਗਲ ਵਿਚਾਰਾ ਬੰਦਾ ਹੈ, ਉਹਨੂੰ ਇਹ ਸਮਝ ਨਹੀਂ ਕਿ ਮੈਂ ਕੀ ਖਾ ਰਿਹਾ, ਕਿੱਧਰ ਮੈਂ ਜਾ ਰਿਹਾ। ਤਾਂ ਜਿਹੜਾ ਬੰਦਾ ਦਿਮਾਗ ਦੇ ਹੁੰਦਿਆਂ ਸੁਣਦਿਆਂ ਵੀ ਇਹ ਨਹੀਂ ਸੋਚਦਾ ਕਿ ਮੇਰੇ ਬੋਲਾਂ ਦਾ ਰਿਜ਼ਲਟ ਕੀ ਨਿਕਲੇਗਾ, ਜੈਸੀ ਮੈਂ ਜ਼ਿੰਦਗੀ ਜੀ ਰਿਹਾ ਮੈਨੂੰ ਕਿੱਧਰ ਲੈ ਜਾ ਰਹੀ ਹੈ, ਤਾਂ ਉਹ ਬੰਦਾ ਝੱਲਾ ਹੀ ਹੋਇਆ ਨਾ, ਜ਼ਿੰਦਗੀ ਦਾ ਕੋਈ ਗੋਲ ਹੀ ਨਹੀਂ ਹੈ। ਤਾਂ ਗੁਰਦੇਵ ਕਹਿੰਦੇ ਨੇ, ਇਹ ਝੱਲੇ ਮਨੁੱਖ, ਤੂੰ ਕਿਉਂ ਰੱਬੀ ਗੁਣਾਂ ਦਾ ਧਾਰਨੀ ਨਹੀਂ ਹੁੰਦਾ? ਤੇਰੀ ਜ਼ਿੰਦਗੀ ਬੀਤਦੀ ਜਾ ਰਹੀ ਹੈ, ਆਤਮਿਕ ਮੌਤ ਤੇਰੇ ਸਿਰ ਦੇ ਉੱਤੇ ਕੂਕ ਰਹੀ ਹੈ, ਰੱਬੀ ਗੁਣਾਂ ਦਾ ਧਾਰਨੀ ਕਿਉਂ ਨਹੀਂ ਹੁੰਦਾ? ਭਾਵ ਤੂੰ ਰੱਬੀ ਗੁਣਾਂ ਦਾ ਧਾਰਨੀ ਹੋ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ। ਦਾਰਾ ਦਾ ਮਤਲਬ ਇਸਤਰੀ, ਸੰਪਤ ਸਗਲ ਦਾ ਮਤਲਬ ਸਾਰੀ ਸੰਪਦਾ, ਜਿਨ ਮਾਨ ਦਾ ਮਤਲਬ ਮਤਾ ਸਮਝ ਯਾਨੀ ਨਾ ਮਨ। ਇੱਥੇ ਜਿਨ ਦਾ ਮਤਲਬ ਜਿਸਨੇ ਨਹੀਂ ਹੈ, ਇਸਨੇ। ਇੱਥੇ ਜਿਨ ਦਾ ਮਤਲਬ ਹੈ ਨਾ। ਜਿਨ ਮਾਨ ਦਾ ਮਤਲਬ ਨਾ ਮਨ, ਮਤਾ ਆਪਣੀ ਕਰਕੇ ਸਮਝੇ। ਆਪਣੀ ਕਰ ਮਾਨ ਦਾ ਮਤਲਬ ਆਪਣੀ ਜਾਣ ਕੇ। ਤਾਂ ਹੈ ਭਾਈ, ਧਨ, ਇਸਤਰੀ, ਜਾਇਦਾਦ, ਇਹਨੂੰ ਸदैਵੀ ਆਪਣੀ ਕਰਕੇ ਨਾ ਮੰਨ ਕਿ ਇਹ ਮੇਰੀ ਸदैਵੀ ਆਪਣੀ ਹੈ। ਚਾਹੇ ਧਨ ਹੈ, ਚਾਹੇ ਪਤੀ ਪਤਨੀ ਹੈ, ਇਸਤਰੀ ਹੈ, ਜਾਂ ਸਾਰੀ ਸੰਪਦਾ ਹੈ, ਇਹਨੂੰ ਆਪਣੀ ਸदैਵੀ ਕਰਕੇ ਨਾ ਮੰਨ ਕਿ ਇਹ ਸदैਵੀ ਤੇਰੀ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਇਹਦਾ ਮਤਲਬ ਇਹ ਚੀਜ਼ਾਂ ਨਹੀਂ ਕਿ ਇਹ ਆਪਣੀਆਂ ਨਹੀਂ, ਆਪਣੀਆਂ ਨੇ, ਇਹਨਾਂ ਦੇ ਨਾਲ ਸਾਡਾ ਨਾਤਾ ਸੰਬੰਧ ਹੈ, ਪਰ ਇਹ ਸदैਵੀ ਸਾਥੀ ਨਹੀਂ ਹਨ। ਨਾ ਤੇ ਸਰੀਰਕ ਮੌਤ ਤੋਂ ਬਾਅਦ ਕੋਈ ਨਾਲ ਸੰਪਦਾ ਲੈ ਗਿਆ, ਕਦੇ ਵੀ ਨਹੀਂ ਲੈ ਕੇ ਗਿਆ। ਸदैਵੀ ਸਾਥੀ ਨਹੀਂ ਹਨ, ਇਹਨਾਂ ਦਾ ਸਾਥ ਸਦਾ ਨਹੀਂ ਹੈ। ਔਰ ਦੂਜੀ ਗੱਲ, ਇਹ ਆਤਮਿਕ ਜੀਵਨ ਦੇ ਵੀ ਸਾਥੀ ਨਹੀਂ ਹਨ। ਆਤਮਿਕ ਜੀਵਨ ਦੇ ਸਾਥੀ ਤਾਂ ਸਾਡੇ ਰੱਬੀ ਗੁਣ ਨੇ ਨਾ। ਜੇ ਰੱਬੀ ਗੁਣ ਨਾ ਹੋਣ ਤਾਂ ਆਤਮਿਕ ਮੌਤ ਹੋਵੇਗੀ, ਪਹਿਲੀ ਗੱਲ। ਦੂਜੀ ਗੱਲ ਹੈ, ਜੇਕਰ ਰੱਬੀ ਗੁਣ ਜ਼ਿੰਦਗੀ ਵਿੱਚ ਨਹੀਂ, ਸੱਚਾਈ ਨਹੀਂ, ਦਇਆ ਨਹੀਂ, ਪਿਆਰ ਨਹੀਂ, ਤਾਂ ਜਿਹੜੀ ਧਨ ਸੰਪਦਾ ਹੈ ਇਹ ਵੀ ਸਾਨੂੰ ਸੁੱਖ ਨਹੀਂ ਦੇਵੇਗੀ। ਫਿਰ ਜਿਹੜੇ ਸਾਡੇ ਇਸਤਰੀ ਪਤੀ ਪਤਨੀ ਦੇ ਰਿਸ਼ਤੇ ਨੇ, ਇਹਨਾਂ ਦੇ ਵਿੱਚੋਂ ਵੀ ਸੁੱਖ ਪੈਦਾ ਨਹੀਂ ਹੋਏਗਾ ਜੇਕਰ ਬੰਦਾ ਗੁਣਾਂ ਦਾ ਧਾਰਨੀ ਨਹੀਂ ਹੈ। ਔਰ ਹਕੀਕਤ ਹੈ, ਚਾਰ ਚੁਫੇਰੇ ਇੱਕ ਝਾਤ ਮਾਰ ਕੇ ਵੇਖੋ, ਕਿੰਨੇ ਸਾਰੇ ਲੋਕ ਨੇ ਜਿਨ੍ਹਾਂ ਦੇ ਕੋਲ ਧਨ ਸੰਪਦਾ ਹੈ, ਲੇਕਿਨ ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਔਰ ਖੁਸ਼ੀ ਨਹੀਂ ਹੈ। ਕਿੰਨੇ ਸਾਰੇ ਸਾਡੇ ਰਿਸ਼ਤੇ ਨੇ, ਪਤੀ ਪਤਨੀ ਹੈ, ਭੈਣ ਭਰਾ ਨੇ, ਜਾਂ ਹੋਰ ਰਿਸ਼ਤੇ ਨੇ, ਰਿਸ਼ਤੇ ਤਾਂ ਹੈ ਨੇ, ਲੇਕਿਨ ਨਾ ਰਿਸ਼ਤਿਆਂ ਦੇ ਵਿੱਚੋਂ ਖੁਸ਼ੀ ਔਰ ਸ਼ਾਂਤੀ ਨਹੀਂ ਲੱਭ ਰਹੀ। ਉਹਦਾ ਰੀਜ਼ਨ ਸਿਰਫ ਇਹ ਹੈ ਕਿ ਬੰਦਾ ਸ਼ੁਭ ਗੁਣਾਂ ਦੇ ਨਾਲ ਨਹੀਂ ਜੁੜਿਆ ਹੋਇਆ।
ਕਿ ਜਦੋਂ ਸ਼ੁਭ ਗੁਣਾਂ ਦੇ ਨਾਲ ਨਹੀਂ ਜੁੜਿਆ, ਫਿਰ ਇਹਨਾਂ ਰਿਸ਼ਤਿਆਂ ਨਾਤਿਆਂ ਦੇ ਵਿੱਚੋਂ ਵੀ ਸ਼ਾਂਤੀ ਨਹੀਂ ਲੱਭੇਗੀ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਭਾਈ, ਧਨ, ਇਸਤਰੀ, ਸਾਰੀ ਜਾਇਦਾਦ, ਇਹਨੂੰ ਸदैਵੀ ਆਪਣੀ ਕਰਕੇ ਨਾ ਮੰਨ। ਮਤਲਬ ਕਿ ਇਹਨਾਂ ਦੇ ਨਾਲ ਮੋਹ ਨਾ ਬਣਾ, ਆਪਣਤ ਨਾ ਬਣਾ। ਇਹਦਾ ਮਤਲਬ ਇਹ ਨਹੀਂ ਕਿ ਵਰਤਣਾ। ਪਿਆਰ ਹੋਰ ਚੀਜ਼ ਹੈ, ਮੋਹ ਹੋਰ ਚੀਜ਼ ਹੈ। ਜੋ ਬੰਦਾ ਮੋਹ ਪਾ ਲੈਂਦਾ ਨਾ, ਮੋਹ ਦੇ ਅੰਦਰ ਗ੍ਰਸਿਆ ਹੋਇਆ ਬੰਦਾ ਆਪਣੇ ਪਰਿਵਾਰ ਨੂੰ ਵਸਾਉਣ ਲਈ ਦੂਜਿਆਂ ਦੇ ਪਰਿਵਾਰਾਂ ਨੂੰ ਬਰਬਾਦ ਕਰਨ ਲੱਗਾ ਸੰਕੋਚ ਨਹੀਂ ਕਰਦਾ। ਮੋਹ ਦੇ ਅੰਦਰ ਫਸਿਆ ਹੋਇਆ ਬੰਦਾ ਕਿਸੇ ਦੀ ਮੌਤ ਵਿੱਚੋਂ ਆਪਣੇ ਲਈ ਜ਼ਿੰਦਗੀ ਭਾਲਦਾ ਹੈ। ਮੋਹ ਦੇ ਅੰਦਰ ਫਸਿਆ ਹੋਇਆ ਬੰਦਾ ਕਿਸੇ ਨੂੰ ਬੇਇੱਜ਼ਤ ਕਰਕੇ ਆਪਣੀ ਇੱਜ਼ਤ ਬਣਾਉਂਦਾ ਹੈ। ਮੋਹ ਦੇ ਅੰਦਰ ਫਸਿਆ ਹੋਇਆ ਬੰਦਾ ਹੀ ਪਰਾਏ ਧਨ ਲੁੱਟ-ਲੁੱਟ ਕੇ ਕਿਸੇ ਵੀ ਰੂਪ ਅੰਦਰ ਆਪਣੇ ਪਰਿਵਾਰਾਂ ਨੂੰ ਲਿਆ ਕੇ ਖਵਾਉਂਦਾ ਹੈ। ਮੋਹ ਦੇ ਅੰਦਰ ਫਸਿਆ ਹੋਇਆ ਬੰਦਾ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਕਰਦਾ ਹੈ। ਤਾਂ ਗੁਰੂ ਜੀ ਸਾਨੂੰ ਇੱਥੇ ਉਸ ਮੋਹ ਤੋਂ ਵਰਤ ਰਹੇ ਕਿ ਮਤਾ ਇੱਥੇ ਆਪਣਾ ਮੋਹ ਪਾਵੇਂ। ਇਨਮੈ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਗੁਰੂ ਜੀ ਕਹਿੰਦੇ ਨੇ, ਇਹ ਗੱਲ ਸੱਚੀ ਸਮਝ ਲੈ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਤੇਰਾ ਸੱਚਾ ਸਾਥੀ ਨਹੀਂ ਹੈ, ਸदैवी ਸਾਥੀ ਨਹੀਂ ਹੈ। ਹੁਣ ਇਹ ਸदैवी ਸੱਚੇ ਸਾਥੀ ਤਾਂ ਹੋ ਸਕਦੇ ਨੇ ਜੇ ਇਹਨਾਂ ਦੇ ਅੰਦਰ ਸੱਚ ਹੋਵੇ, ਸਾਡੇ ਆਪਣੇ ਅੰਦਰ ਸੱਚ ਹੋਵੇ, ਤਾਂ ਤੇ ਸਾਡਾ ਸਾਥ ਵੀ ਪਿਆਰਾ ਹੈ, ਤਾਂ ਤੇ ਸਾਥ ਵੀ ਸਾਡਾ ਸੱਚਾ ਹੈ ਜਿੰਨੇ ਚਿਰ ਦਾ ਹੈ। ਤਾਂ ਇਹ ਸदैवी ਸਾਥੀ ਨਹੀਂ ਹਨ। ਇਹਨਾਂ ਸਾਥਾਂ ਨੇ ਵਿਛੜ ਜਾਣਾ ਹੁੰਦਾ ਹੈ, ਟੁੱਟ ਜਾਣਾ ਹੁੰਦਾ ਹੈ। ਇਸ ਲਈ ਰੱਬੀ ਗੁਣਾਂ ਦੇ ਨਾਲ ਜੁੜਿਆ ਰਹੋ, ਕਦੇ ਵੀ ਮੋਹ ਪਾ ਕੇ, ਸਵਾਰਥ ਕਰਕੇ ਕਿਸੇ ਦਾ ਨੁਕਸਾਨ ਨਾ ਕਰੇ। ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ। ਪਤਿਤ ਦਾ ਮਤਲਬ ਹੁੰਦਾ ਹੈ ਵਿਕਾਰਾਂ ਵਿੱਚ ਡਿੱਗੇ ਹੋਏ ਇਨਸਾਨ। ਪਤਿਤ ਉਦਾਹਰਨ ਦਾ ਮੀਨਿੰਗ ਹੈ ਵਿਕਾਰਾਂ ਨੂੰ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ। ਭੈ ਲਫ਼ਜ਼ ਜਿਹੜਾ ਹੈ ਭਉ ਤੋਂ ਬਹੁਵਚਨ ਬਣਿਆ ਹੈ। ਭੈ ਹਰਨ ਦਾ ਮਤਲਬ ਸਾਰੇ ਡਰਾਂ ਨੂੰ ਦੂਰ ਕਰਨ ਵਾਲਾ। ਅਨਾਥ ਕੇ ਨਾਥ ਦਾ ਮਤਲਬ ਨਿਖਸਮਿਆਂ ਦਾ ਖਸਮ, ਜਿਹਦਾ ਕੋਈ ਨਹੀਂ, ਉਹਦਾ ਪ੍ਰਭੂ ਹੈ। ਤਾਂ ਰੱਬ ਕੌਣ ਹੈ? ਰੱਬੀ ਗੁਣ ਕੌਣ ਨੇ, ਕੀ ਨੇ? ਪ੍ਰਭੂ ਪਤਿਤ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਥ ਜੋ ਹਰੀ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਔਰ ਨਿਖਸਮਿਆਂ ਦਾ ਖਸਮ ਹੈ, ਜਿਨ੍ਹਾਂ ਦਾ ਕੋਈ ਵੀ ਨਹੀਂ, ਉਹਨਾਂ ਦਾ ਪ੍ਰਭੂ ਹੈ। ਔਰ ਹਕੀਕਤ ਹੈ ਕਿ ਰੱਬੀ ਜੋ ਗੁਣ ਨੇ ਵਿਕਾਰੀਆਂ ਨੂੰ ਬਚਾਉਣ ਵਾਲੇ ਨੇ। ਜੇ ਬੰਦਾ ਝੂਠ ਬੋਲਦਾ ਹੈ ਨਾ, ਤਾਂ ਜੇ ਸੱਚ ਬੋਲਣਾ ਸ਼ੁਰੂ ਕਰ ਲਵੇ ਤਾਂ ਸੱਚ ਸਾਨੂੰ ਝੂਠ ਤੋਂ ਬਚਾ ਲੈਂਦਾ ਹੈ। ਪਿਆਰ ਸਾਨੂੰ ਨਫ਼ਰਤ ਤੋਂ ਬਚਾਉਂਦਾ ਹੈ। ਨਿਮਰਤਾ ਹੰਕਾਰ ਤੋਂ ਬਚਾਉਂਦੀ ਹੈ। ਲੋਭ, ਸੰਤੋਖ ਜਿਹੜਾ ਹੈ ਸਾਨੂੰ ਲੋਭ ਤੋਂ ਬਚਾਉਂਦਾ ਹੈ। ਔਰ ਜਿੰਨੇ ਵੀ ਡਰ ਨੇ ਉਹ ਵਿਕਾਰਾਂ ਕਰਕੇ। ਕਿ ਜਿਸ ਬੰਦੇ ਦੀ ਜ਼ਿੰਦਗੀ ਵਿੱਚ ਵਿਕਾਰ ਨਹੀਂ, ਉਹਦੇ ਅੰਦਰ ਡਰ ਵੀ ਨਹੀਂ ਹਨ। ਤੇ ਜਿਹਦਾ ਕੋਈ ਵੀ ਨਹੀਂ ਹੈ, ਉਹਦਾ ਪ੍ਰਭੂ ਆਪ ਬਣਦਾ ਹੈ। ਤਾਂ ਪ੍ਰਭੂ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ, ਸਾਰੇ ਡਰਾਂ ਨੂੰ ਦੂਰ ਕਰਨ ਵਾਲਾ, ਨਿਖਸਮਿਆਂ ਦਾ ਖਸਮ ਹੈ। ਕਹੋ ਨਾਨਕ ਤਿਹ ਜਾਣੀਐ, ਸਦਾ ਬਸਤ ਤੁਮ ਸਾਥ। ਬਸਤ ਦਾ ਮਤਲਬ ਵਸਤਾ ਹੈ। ਤਿਹ ਦਾ ਮਤਲਬ ਉਸ ਨੂੰ, ਜਾਣੀਏ ਦਾ ਮਤਲਬ ਜਾਣਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਜੀ ਬਚਨ ਕਰਦੇ ਨੇ ਕਿ ਉਸ ਪ੍ਰਭੂ ਨੂੰ ਇੰਜ ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵਸਦਾ ਹੈ। ਕਹੋ ਨਾਨਕ ਤੇ ਜਾਣੀਏ, ਉਹਨੂੰ ਇੰਜ ਜਾਣਨਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ। ਕਿਵੇਂ? ਸਦਾ ਬਸਤ ਤੁਮ ਸਾਥ, ਕਿ ਸਦਾ ਤੇਰੇ ਨਾਲ ਵਸਦਾ ਹੈ, ਸਦਾ ਤੇਰੇ ਨਾਲ ਹੈ। ਇਹ ਚੀਜ਼ ਸਮਝਣੀ ਚਾਹੀਦੀ। ਔਰ ਇਸ ਚੀਜ਼ ਨੂੰ ਥੋੜਾ ਜਿਹਾ ਸਮਝ ਲੈਣਾ। ਹੁਣ ਇੱਕ ਬੱਚਾ ਹੈ ਨਾ, ਤੇ ਜੇ ਉਹਦਾ ਪਿਤਾ ਨਾਲ ਹੈ, ਬੱਚੇ ਨੂੰ ਪਤਾ ਹੈ ਮੇਰਾ ਪਿਤਾ ਨਾਲ ਹੈ, ਤਾਂ ਬੱਚਾ ਜਿਹੜਾ ਹੈ ਕੋਈ ਚੋਰੀ ਵੀ ਨਹੀਂ ਕਰੇਗਾ, ਗਲਤ ਕਰਮ ਵੀ ਨਹੀਂ ਕਰੇਗਾ, ਕਿਉਂਕਿ ਉਹਨੂੰ ਪਤਾ ਹੈ ਨਾ ਮੇਰਾ ਪਿਤਾ ਨਾਲ ਹੈ। ਔਰ ਪਿਤਾ ਤੋਂ ਪੁੱਛ ਕੇ ਕਰੇਗਾ, ਪਿਤਾ ਦੀ ਹਰ ਗੱਲ ਨੂੰ ਮੰਨੇਗਾ। ਤੇ ਜੇ ਬੱਚਾ ਪਿਤਾ ਨੂੰ ਨਾਲ ਨਾ ਸਮਝੇ, ਪਿਤਾ ਦੀ ਗੱਲ ਤੇ ਕੋਈ ਨਾ ਮੰਨੇ, ਤੇ ਪਿਤਾ ਪਿਤਾ ਕਰੀ ਜਾਏ, ਤਾਂ ਫਿਰ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਰੱਬ ਨੂੰ ਇੰਜ ਸਮਝ ਜਿਵੇਂ ਉਹ ਤੇਰੇ ਨਾਲ ਹਮੇਸ਼ਾ ਵਸ ਰਿਹਾ ਹੈ।
ਜਦੋਂ ਅਸੀਂ ਇਹ ਚੀਜ਼ ਸਮਝਾਂਗੇ ਨਾ ਕਿ ਰੱਬ ਮੇਰੇ ਨਾਲ ਹਰ ਵਕਤ ਵਸ ਰਿਹਾ ਹੈ, ਤਾਂ ਇਹਦਾ ਮਤਲਬ ਉਹ ਮੇਰੇ ਬੋਲਾਂ ਨੂੰ ਵੀ ਸੁਣ ਰਿਹਾ ਹੈ। ਤਾਂ ਮੈਂ ਉਹ ਬੋਲਾਂਗਾ ਜਿਹੜੇ ਬੋਲ ਰੱਬ ਨੂੰ ਪ੍ਰਵਾਨ ਨੇ। ਰੱਬ ਮੇਰੇ ਨਾਲ ਹੈ ਤਾਂ ਮੇਰੇ ਹਰ ਕਰਮ ਨੂੰ ਵੇਖ ਰਿਹਾ ਹੈ, ਤਾਂ ਫਿਰ ਮੈਂ ਕੋਈ ਗਲਤ ਕਰਮ ਨਹੀਂ ਕਰਾਂਗਾ। ਹਰ ਕਰਮ ਉਹ ਕਰਾਂਗਾ ਜੋ ਕਰਮ ਰੱਬ ਨੂੰ ਪ੍ਰਵਾਨ ਹੈ। ਰੱਬ ਮੇਰੀ ਸੋਚ ਨੂੰ ਜਾਣਦਾ ਹੈ, ਤਾਂ ਫਿਰ ਮੇਰੀ ਸੋਚ ਦੇ ਅੰਦਰ ਈਰਖਾ ਦਵੇਸ਼ ਨਹੀਂ ਹੋਏਗੀ, ਮੇਰੇ ਅੰਦਰ ਪਰਉਪਕਾਰ ਦੀਆਂ ਭਾਵਨਾਵਾਂ ਹੋਣਗੀਆਂ। ਮੈਂ ਮਨ, ਬਚਨ ਔਰ ਕਰਮ ਕਰਕੇ ਰੱਬੀ ਰਜ਼ਾ ਦੇ ਵਿੱਚ ਤੁਰਾਂਗਾ ਜੇ ਮੈਂ ਰੱਬ ਨੂੰ ਆਪਣੇ ਨਾਲ ਸਮਝਾਂਗਾ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਭਾਈ, ਉਸ ਪ੍ਰਭੂ ਨੂੰ ਇੰਝ ਸਮਝ ਕਿ ਜਿਵੇਂ ਉਹ ਤੇਰੇ ਨਾਲ ਵਸਦਾ ਹੈ, ਤੇ ਉਹ ਜਿਹੜਾ ਨਾਲ ਵਸਣ ਵਾਲਾ ਹੈ, ਪਤਿਤਾਂ ਨੂੰ ਉਧਾਰ ਕਰਨ ਵਾਲਾ ਹੈ, ਪਤਿਤਾਂ ਦਾ ਡਰਾਂ ਨੂੰ ਦੂਰ ਕਰਨ ਵਾਲਾ ਹੈ, ਔਰ ਅਨਾਥਾਂ ਦਾ ਨਾਥ ਹੈ। ਤਨ ਧਨ ਜਿਹ ਤੋ ਕੋ ਦਿਓ, ਤਾਸਿਓ ਨਹਿ ਨਾ ਕੀਨ। ਨਹਿਓ ਨਹੀਂ ਪੜਨਾ, ਨਹਿ। ਇੱਥੇ ਨਹਿ ਦੇ ਹਾਹੇ ਥੱਲੇ ਔਂਕੜ, ਇਹ ਇੱਕ ਵਚਨ ਦਾ ਲਖਾਇਕ ਹੈ। ਜਿਹ ਦਾ ਮਤਲਬ ਜਿਸ ਪ੍ਰਭੂ ਨੇ, ਤੋਕੋ ਦਾ ਮਤਲਬ ਤੈਨੂੰ, ਤਾਸਿਓ ਦਾ ਮਤਲਬ ਉਸ ਪ੍ਰਭੂ ਨਾਲ, ਜਿਸ ਪ੍ਰਭੂ ਨੇ ਤੈਨੂੰ ਸਰੀਰ ਦਿੱਤਾ, ਜਿਸ ਨੇ ਤੈਨੂੰ ਧਨ ਦਿੱਤਾ, ਤੂੰ ਉਸ ਦੇ ਨਾਲ ਹੀ ਪਿਆਰ ਨਹੀਂ ਪਾਇਆ। ਤਾਸਿਓ ਨਹੀਂ ਨਾ ਕੀਨ, ਤੂੰ ਉਹਦੇ ਨਾਲ ਪਿਆਰ ਹੀ ਨਹੀਂ ਪਾਇਆ। ਜਿਸ ਨੇ ਤਨ ਦਿੱਤਾ, ਜਿਸ ਨੇ ਧਨ ਦਿੱਤਾ, ਉਹਦੇ ਨਾਲ ਤੂੰ ਪਿਆਰ ਨਹੀਂ ਪਾਇਆ। ਤੇ ਪਿਆਰ ਨਾ ਪਾਉਣ ਦਾ ਰਿਜ਼ਲਟ ਕੀ ਨਿਕਲਿਆ? ਡੱਕੋ ਡੋਲੇ ਖਾਣਾ, ਘਬਰਾਹਟ, ਚਿੰਤਾ, ਦੁੱਖ ਔਰ ਪਰੇਸ਼ਾਨੀਆਂ। ਤਾਂ ਗੁਰੂ ਜੀ ਕਹਿੰਦੇ ਨੇ, ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ। ਗੁਰੂ ਜੀ ਕਹਿੰਦੇ ਨੇ, ਹੇ ਚੱਲੇ ਮਨੁੱਖ, ਹੁਣ ਕਿਉਂ ਆਤਰ ਹੋਇਆ, ਘਬਰਾਇਆ ਹੋਇਆ ਫਿਰ ਰਿਹਾ ਹੈ। ਦੀਨ ਦਾ ਮਤਲਬ ਆਤਰ, ਘਬਰਾਇਆ ਹੋਇਆ ਫਿਰ ਰਿਹਾ ਹੈ, ਦੀਨ ਹੋਇਆ ਫਿਰਦਾ ਹੈ, ਦੁਖੀ ਹੋਇਆ ਫਿਰਦਾ ਹੈ, ਚਿੰਤਾਵਾਂ ਦੇ ਵਿੱਚ ਫਿਰ ਰਿਹਾ ਹੈ। ਯਾਨੀ ਕਿਉਂ ਹੁਣ ਪਛਤਾਵਾ ਕਰਦਾ? ਤੇਰੀ ਜ਼ਿੰਦਗੀ ਦੇ ਵਿੱਚ ਹੁਣ ਪਛਤਾਵਾ ਹੀ ਰਹਿ ਗਿਆ ਨਾ। ਤਾਂ ਗੁਰੂਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਜਿਸ ਪ੍ਰਭੂ ਨੇ ਤਨ ਦਿੱਤਾ, ਧਨ ਦਿੱਤਾ, ਜੇ ਅਸੀਂ ਉਹਦੇ ਗੁਣਾਂ ਨਾਲ, ਰਜ਼ਾ ਨਾਲ ਪਿਆਰ ਨਹੀਂ ਕੀਤਾ, ਤਾਂ ਜ਼ਿੰਦਗੀ ਦਾ ਰਿਜ਼ਲਟ ਇਹ ਨਿਕਲੇਗਾ, ਜੀਵਨ ਵਿੱਚ ਸਿਰਫ ਘਬਰਾਹਟ, ਚਿੰਤਾਵਾਂ, ਪਰੇਸ਼ਾਨੀਆਂ ਆਦਿਕ ਹੀ ਆਉਣਗੀਆਂ। ਇਸ ਲਈ ਸਾਨੂੰ ਪ੍ਰਭੂ ਦੇ ਨਾਲ ਪਿਆਰ ਪਾਣਾ ਚਾਹੀਦਾ। ਤਨ ਪ੍ਰਭੂ ਨੇ ਦਿੱਤਾ ਹੈ, ਇਹ ਉਹਦੀ ਅਮਾਨਤ ਹੈ। ਜਿਹੜਾ ਇਹ ਚੀਜ਼ ਸਮਝੇਗਾ, ਉਹ ਤਨ ਦੇ ਨਾਲ ਉਹ ਕਰਮ ਕਰੇਗਾ ਜੋ ਕਰਮ ਪ੍ਰਭੂ ਨੂੰ ਪ੍ਰਵਾਨ ਨੇ। ਜਿਵੇਂ ਆਪਾਂ 6 ਗੱਲਾਂ ਆਮ ਸਾਂਝੀਆਂ ਕਰਦੇ ਹਾਂ। ਜਿਹੜਾ ਬੰਦਾ ਇਹ ਸਮਝੇਗਾ ਕਿ ਧਨ ਦੌਲਤ ਸਾਰਾ ਕੁਝ ਰੱਬੀ ਰਹਿਮਤ ਕਰਕੇ ਮਿਲਿਆ ਹੈ, ਤਾਂ ਉਹ ਧਨ ਦੌਲਤ ਦਾ ਮਿਸਯੂਜ ਨਹੀਂ ਕਰੇਗਾ। ਉਹ ਪੈਸੇ ਨਾਲ ਸ਼ਰਾਬਾਂ ਨਹੀਂ ਪੀਵੇਗਾ, ਉਹ ਰਿਸ਼ਵਤ ਲੈ ਦੇਗਾ ਨਹੀਂ, ਉਹ 2 ਨੰਬਰ ਦੇ ਧੰਦੇ ਨਹੀਂ ਕਰੇਗਾ, ਉਹ ਪੈਸੇ ਦੇ ਨਾਲ ਲੋਕਾਂ ਦੇ ਕਤਲ ਨਹੀਂ ਕਰਾਏਗਾ, ਉਹ ਪੈਸੇ ਦਾ ਸਹੀ ਯੂਜ਼ ਕਰੇਗਾ। ਤੇ ਜਿਹੜਾ ਬੰਦਾ ਰੱਬੀ ਰਜ਼ਾ ਦੇ ਅੰਦਰ ਤਨ ਨੂੰ, ਧਨ ਨੂੰ, ਮਨ ਨੂੰ ਵਰਤੇਗਾ, ਉਹਦੀ ਜ਼ਿੰਦਗੀ ਦੇ ਅੰਦਰ ਕਦੇ ਵੀ ਦੁੱਖ ਔਰ ਅਸ਼ਾਂਤੀ ਨਹੀਂ ਆਏਗੀ। ਤਾਂ ਜਿਸ ਪ੍ਰਭੂ ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਤੂੰ ਉਹਦੇ ਨਾਲ ਪਿਆਰ ਨਾ ਪਾਇਆ, ਤਾਂ ਇਹ ਚੱਲੇ ਮਨੁੱਖ, ਹੁਣ ਕਿਉਂ ਆਤੁਰ ਹੋਇਆ, ਘਬਰਾਇਆ ਹੋਇਆ ਫਿਰਦਾ ਹੈ। ਭਾਵ ਕਿ ਜੇ ਤੂੰ ਰੱਬੀ ਗੁਣਾਂ ਦੇ ਨਾਲੋਂ ਜੁੜੇਗਾ, ਤਾਂ ਜੀਵਨ ਦੇ ਅੰਦਰ ਘਬਰਾਹਟ, ਚਿੰਤਾਵਾਂ ਔਰ ਪਰੇਸ਼ਾਨੀਆਂ ਹੀ ਆਉਣਗੀਆਂ। ਤਨ ਧਨ ਸੰਪੈ ਸੁਖ ਦਿਓ, ਅਰ ਜਿਹ ਨੀਕੇ ਧਾਮ, ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਤਨ, ਤਨ ਔਰ ਧਨ, ਸੰਪੈ ਦਾ ਮਤਲਬ ਸੰਪਦਾ, ਸੰਪੈ ਦਾ ਮਤਲਬ ਧਨ ਦੌਲਤ, ਸੰਪਦਾ। ਨੀਕੇ ਦਾ ਮਤਲਬ ਚੰਗੇ, ਸੋਹਣੇ। ਧਾਮ ਦਾ ਮਤਲਬ ਘਰ। ਜਿਸ ਪ੍ਰਭੂ ਨੇ ਸਰੀਰ ਦਿੱਤਾ, ਧਨ ਦਿੱਤਾ, ਸੰਪਦਾ ਦਿੱਤੀ ਔਰ ਸਾਰੇ ਸੁੱਖ ਦਿੱਤੇ ਤੇ ਘਰ ਦਿੱਤਾ, ਯਾਨੀ ਜਿਸ ਦੀ ਰਜ਼ਾ ਅੰਦਰ, ਜਿਸ ਦੀ ਰਹਿਮਤ ਨਾਲ ਤੈਨੂੰ ਤਨ, ਧਨ, ਸੰਪਦਾ, ਸੁੱਖ, ਸੋਹਣੇ ਘਰ ਮਕਾਨ ਰਹਿਣ ਲਈ ਮਿਲੇ, ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ।
ਰਾਮ ਦਾ ਮਤਲਬ ਰਮਿਆ ਹੋਇਆ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਮਨ ਸੁਣ, ਉਸ ਪ੍ਰਭੂ ਨੂੰ ਯਾਦ ਕਿਉਂ ਨਹੀਂ ਕਰਦਾ, ਉਹਦੇ ਗੁਣਾਂ ਦਾ ਧਾਰਨੀ ਕਿਉਂ ਨਹੀਂ ਹੁੰਦਾ, ਰੱਬੀ ਰਜ਼ਾ ਨੂੰ ਫੋਲੋ ਕਿਉਂ ਨਹੀਂ ਕਰਦਾ, ਰੱਬੀ ਸਿਫਤ ਸਲਾਹ ਕਿਉਂ ਨਹੀਂ ਕਰਦਾ, ਰੱਬੀ ਰਜ਼ਾ ਵਿੱਚ ਕਿਉਂ ਨਹੀਂ ਤੁਰਦਾ, ਰੱਬ ਤੇਰੀ ਯਾਦ ਵਿੱਚ ਕਿਉਂ ਨਹੀਂ ਹੈ, ਜਿਸ ਨੇ ਤਨ ਦਿੱਤਾ, ਧਨ ਦਿੱਤਾ, ਸੋਹਣੇ ਮਕਾਨ ਦਿੱਤੇ। ਹੁਣ ਜੇ ਰੱਬ ਯਾਦ ਨਾ ਹੋਵੇ ਤਾਂ ਫਿਰ ਕੀ ਹੋਏਗਾ, ਔਰ ਜੇ ਰੱਬ ਯਾਦ ਹੋਵੇ ਤਾਂ ਫਿਰ ਕੀ ਹੋਏਗਾ। ਰਿਜ਼ਲਟ ਦੇਖੋ, ਤਨ ਵੀ ਹੈ, ਧਨ ਵੀ ਹੈ, ਸੰਪਦਾ ਵੀ ਹੈ, ਘਰ ਵੀ ਹੈ। ਪਰ ਸਪੋਜ਼ ਕਿਸੇ ਨੂੰ ਰੱਬ ਯਾਦ ਨਹੀਂ, ਰੱਬ ਯਾਦ ਦਾ ਮਤਲਬ ਜੋ ਰੱਬੀ ਗੁਣਾਂ ਦਾ ਧਾਰਨੀ ਨਹੀਂ ਹੈ। ਵੈਸੇ ਤਾਂ ਰੱਬ ਸਾਰੇ ਲੋਕ ਕਰਦੇ ਫਿਰਦੇ ਨੇ, ਉਹਦੀ ਗੱਲ ਨਹੀਂ ਹੈ। ਰੱਬੀ ਸਿਫਤ ਸਲਾਹ ਕਰਨ ਦਾ ਮਤਲਬ ਕਿ ਰੱਬੀ ਗੁਣਾਂ ਦਾ ਜੋ ਧਾਰਨੀ ਨਹੀਂ ਹੈ। ਜੇ ਮਨ ਬਚਨ ਕਰਮ ਕਰਕੇ ਗੁਣਾਂ ਦਾ ਧਾਰਨੀ ਨਹੀਂ, ਤਾਂ ਸਰੀਰ ਵੀ ਹੈ, ਧਨ ਵੀ ਹੈ, ਸੰਪਦਾ ਵੀ ਹੈ, ਸੁੱਖਾਂ ਦੇ ਸਾਧਨ ਵੀ ਨੇ, ਸੋਹਣੇ ਘਰ ਵੀ ਨੇ, ਲੇਕਿਨ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਹੈ, ਜ਼ਿੰਦਗੀ ਦੇ ਅੰਦਰ ਸੈਟਿਸਫੈਕਸ਼ਨ ਨਹੀਂ ਹੈ, ਇਨਸਾਨੀਅਤ ਨਹੀਂ ਹੈ, ਸ਼ਾਂਤੀ ਨਹੀਂ ਹੈ। ਪਰ ਜਿਸ ਬੰਦੇ ਨੂੰ ਰੱਬ ਯਾਦ ਹੈ, ਯਾਨੀ ਜੋ ਰੱਬੀ ਗੁਣਾਂ ਦਾ ਧਾਰਨੀ ਹੈ, ਉਹਦੇ ਕੋਲ ਤਨ ਧਨ ਸੰਪਦਾ ਸੋਹਣੇ ਮਕਾਨ ਨੇ, ਲੇਕਿਨ ਉਹ ਖੁਸ਼ ਹੈ, ਪ੍ਰਸੰਨ ਹੈ। ਥੋੜਾ ਜਿਹਾ ਧਿਆਨ ਦਿਓ, ਜਿਸ ਬੰਦੇ ਨੇ ਆਪਣੇ ਘਰ ਨੂੰ ਚਾਬੀ ਲਗਾਈ ਖੋਲਣ ਲੱਗਿਆਂ, ਲੋਕ ਖੋਲਣ ਲੱਗਿਆਂ, ਔਰ ਉਸ ਬੰਦੇ ਨੂੰ ਰੱਬ ਯਾਦ ਹੈ, ਉਹ ਸ਼ੁਕਰਾਨਾ ਕਰੇਗਾ ਕਿ हे ਪ੍ਰਭੂ, ਸ਼ੁਕਰ ਹੈ ਤੇਰਾ ਕਿ ਤੂੰ ਮੈਨੂੰ ਰਹਿਣ ਬਸੇਰਾ ਦਿੱਤਾ ਹੈ। ਨਹੀਂ ਤਾਂ ਬਹੁਤ ਸਾਰੇ ਲੋਕ ਤਾਂ ਫੁੱਟਪਾਥਾਂ ਤੇ ਹੀ ਬੈਠੇ ਨੇ। ਉਹਦੀ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋਏਗਾ ਜੋ ਸ਼ੁਕਰਾਨੇ ਵਿੱਚ। ਜਿਸ ਬੰਦੇ ਨੇ ਕੱਪੜੇ ਪਾਏ, ਰੱਬ ਯਾਦ ਹੈ ਤੇ ਸ਼ੁਕਰਾਨਾ ਕਰ ਰਿਹਾ ਹੈ ਕਿ हे ਪ੍ਰਭੂ, ਸ਼ੁਕਰ ਹੈ ਤੇਰਾ, ਮੈਨੂੰ ਤਨ ਢੱਕਣ ਵਾਸਤੇ ਬਸਤਰ ਮਿਲੇ ਨੇ, ਨਹੀਂ ਤਾਂ ਲੋਕ ਤਾਂ ਇੱਥੇ ਨੰਗੇ ਫਿਰਦੇ ਨੇ। ਤਾਂ ਉਹਨੂੰ ਸਸਤੇ ਕੱਪੜੇ ਵੀ ਸੁਖਦਾਈ ਹੋਣਗੇ। ਉਹ ਰਿਸ਼ਤਿਆਂ ਨਾਤਿਆਂ ਨੂੰ ਬਹੁਤ ਚੰਗੇ ਢੰਗ ਦੇ ਨਾਲ ਸੰਭਾਲੇਗਾ। ਉਹ ਆਪਣੇ ਤਨ ਦੇ ਅੰਗਾਂ ਦਾ ਮਿਸਯੂਜ ਨਹੀਂ ਕਰੇਗਾ, ਧਨ ਦਾ ਮਿਸਯੂਜ ਨਹੀਂ ਕਰੇਗਾ। ਉਹ ਬੰਦਾ ਸੁਖੀ ਔਰ ਸ਼ਾਂਤ ਰਹੇਗਾ। ਤੇ ਜੇ ਸਾਰਾ ਕੁਝ ਹੁੰਦਿਆਂ ਸੁਣਦਿਆਂ ਰੱਬੀ ਗੁਣ ਜ਼ਿੰਦਗੀ ਵਿੱਚ ਨਹੀਂ ਹਨ, ਤਾਂ ਬੰਦਾ ਦੁਖੀ ਔਰ ਅਸ਼ਾਂਤ ਹੋਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਇਹ ਮਨਾ, ਜਿਸ ਪ੍ਰਭੂ ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁੱਖਾਂ ਦੇ ਸਾਧਨ ਦਿੱਤੇ, ਸੋਹਣੇ ਘਰ ਦਿੱਤੇ, ਤੂੰ ਉਹਨੂੰ ਕਿਉਂ ਨਹੀਂ ਯਾਦ ਰੱਖਦਾ, ਉਹਦੇ ਗੁਣਾਂ ਦਾ ਧਾਰਨੀ ਕਿਉਂ ਨਹੀਂ ਹੁੰਦਾ, ਉਹਦੇ ਗੁਣਾਂ ਦਾ ਧਾਰਨੀ ਹੋ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ, ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਰਾਮ ਦਾ ਮਤਲਬ ਰਮਿਆ ਹੋਇਆ, ਜੋ ਜਰਰੇ ਜਰਰੇ ਅੰਦਰ ਸਮਾਇਆ ਹੈ। ਦੂਸਰ ਦਾ ਮਤਲਬ ਦੂਜਾ, ਨਾਹਿਨ ਦਾ ਮਤਲਬ ਨਹੀਂ ਹੈ। ਪ੍ਰਭੂ ਸਾਰੇ ਸੁਖ ਦੇਣ ਵਾਲਾ ਹੈ, ਸਭ ਸੁਖ ਦਾਤਾ ਰਾਮ ਹੈ, ਰਮਿਆ ਹੋਇਆ ਪ੍ਰਭੂ ਸਾਰੇ ਸੁਖ ਦੇਣ ਵਾਲਾ ਹੈ। ਉਹਦੇ ਬਰਾਬਰ ਦਾ ਦੂਜਾ ਕੋਈ ਨਹੀਂ। ਕੋਈ ਦੇਵੀ, ਕੋਈ ਦੇਵਤਾ, ਕੋਈ ਮੜੀ, ਕੋਈ ਕਬਰ, ਕੋਈ ਪੀਰ, ਕੋਈ ਜੰਤਰ, ਕੋਈ ਮੰਤਰ, ਕੋਈ ਤੰਤਰ, ਕੋਈ ਟੂਣਾ, ਕੋਈ ਤਵੀਤ, ਕੋਈ ਕਰਮਕਾਂਡ ਉਹਦੇ ਬਰਾਬਰ ਦਾ ਨਹੀਂ ਹੈ। ਸਾਰੇ ਸੁਖ ਦੇਣ ਵਾਲਾ ਰਮਿਆ ਹੋਇਆ ਪ੍ਰਭੂ ਹੈ। ਔਰ ਹਕੀਕਤ ਹੈ, ਇਹ ਗੱਲਾਂ ਆਪਾਂ ਬਹੁਤ ਵਾਰ ਸਾਂਝੀਆਂ ਕਰ ਚੁੱਕੇ ਹਾਂ ਕਿ ਇਸ ਦੁਨੀਆ ਦੇ ਅੰਦਰ ਸੁੱਖ ਔਰ ਖੁਸ਼ੀਆਂ ਚਾਰ ਚੁਫੇਰੇ ਬਿਖਰੀਆਂ ਪਈਆਂ ਨੇ। ਧਰਤੀ ਹੈ, ਚੰद्रमा ਹੈ, ਸੂਰਜ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਆਕਾਸ਼, ਗੰਗਾਵਾਂ, ਲਵਣੀਏ ਪਦਾਰਥ, ਛਾਰੀਏ ਪਦਾਰਥ, ਤੈਲੀਏ ਪਦਾਰਥ, ਪੈਟਰੋਲੀਅਮ ਪਦਾਰਥ, ਹਜ਼ਾਰਾਂ ਕਿਸਮ ਦਾ ਅੰਨ, ਹਜ਼ਾਰਾਂ ਕਿਸਮ ਦੇ ਫੁੱਲ ਔਰ ਫਲ, ਨਦੀਆਂ, ਨਾਲੇ, ਝੀਲਾਂ, ਦਰਿਆ, ਸੋਨੇ, ਚਾਂਦੀ, ਹੀਰਿਆਂ ਦੀਆਂ ਖਾਨਾਂ ਇਸ ਦੁਨੀਆ ਦੇ ਅੰਦਰ ਮੌਜੂਦ ਨੇ। ਕਿਹੜੀ ਐਸੀ ਸ਼ੈ ਹੈ ਜੋ ਸਾਨੂੰ ਸੁੱਖ ਵਾਸਤੇ ਚਾਹੀਦੀ ਹੋਵੇ ਤੇ ਇਸ ਦੁਨੀਆ ਵਿੱਚ ਨਾ ਹੋਵੇ? ਫਿਰ ਸਾਡਾ ਸੋਹਣਾ ਸਰੀਰ ਹੈ, ਕਿੰਨਾ ਦਿਮਾਗ ਹੈ, ਭੈਣਾਂ ਨੇ, ਭਰਾ ਨੇ, ਧੀਆਂ ਪੁੱਤਰ ਨੇ, ਰਿਸ਼ਤੇਦਾਰ ਨੇ, ਹਰ ਉਹ ਸ਼ੈ ਮੌਜੂਦ ਹੈ ਜੋ ਸੁੱਖ ਵਾਸਤੇ ਚਾਹੀਦੀ ਹੈ। ਕਿਹੜੀ ਐਸੀ ਸ਼ੈ ਜਿਹੜੀ ਸੁੱਖ ਵਾਸਤੇ ਚਾਹੀਦੀ ਹੋਵੇ ਤੇ ਨਾ ਹੋਵੇ? ਤਾਂ ਸਾਰੇ ਸੁੱਖ ਦੇਣ ਵਾਲਾ ਰਮਿਆ ਹੋਇਆ ਪ੍ਰਭੂ ਆਪ ਹੈ, ਉਹਦੇ ਬਰਾਬਰ ਦਾ ਕੋਈ ਨਹੀਂ ਹੈ। ਹੁਣ ਪ੍ਰੋਬਲਮ ਕਿੱਥੇ? ਦੁਖਾਂਤ ਕੀ ਹੈ? ਦੁਖਾਂਤ ਇਹ ਹੈ ਕਿ ਬੰਦਾ ਇਹਨਾਂ ਚੀਜ਼ਾਂ ਨੂੰ ਠੀਕ ਢੰਗ ਨਾਲ ਯੂਜ਼ ਨਹੀਂ ਕਰ ਪਾ ਰਿਹਾ। ਰੱਬੀ ਗੁਣ ਇਹਦੀ ਯਾਦ ਵਿੱਚ ਨਹੀਂ ਹਨ।
ਕਹੋ ਨਾਨਕ ਸੁਨ ਰੇ ਮਨਸ ਤੇ ਸਿਮਰਤ ਗਤ ਹੋਏ। ਗਤ ਦਾ ਮਤਲਬ ਉੱਚੀ ਆਤਮਿਕ ਅਵਸਥਾ। ਕਿ ਇਹ ਮੇਰੇ ਮਨ ਸੁਣ, ਪ੍ਰਭੂ ਨੂੰ ਯਾਦ ਕਰਦਿਆਂ, ਯਾਨੀ ਰੱਬੀ ਗੁਣਾਂ ਦੇ ਧਾਰਨੀ ਹੋਇਆਂ, ਮਨ ਬਚਨ ਕਰਮ ਕਰਕੇ ਰੱਬੀ ਗੁਣਾਂ ਨੂੰ ਇੰਪਲੀਮੈਂਟ ਕੀਤਿਆਂ, ਗਤ ਹੋਏ ਦਾ ਮਤਲਬ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਬੰਦੇ ਦੀ ਵਿਕਾਰਾਂ ਤੋਂ ਖੁਲਾਸੀ ਹੋ ਜਾਂਦੀ ਹੈ, ਚਿੰਤਾਵਾਂ ਤੋਂ ਬੰਦਾ ਮੁਕਤ ਹੋ ਜਾਂਦਾ ਹੈ, ਉਹਦੇ ਜੀਵਨ ਦੇ ਅੰਦਰ ਵਿਕਾਰਾਂ ਦੇ ਬੰਧਨ ਨਹੀਂ ਰਹਿ ਜਾਂਦੇ। ਤਾਂ ਜਿਸ ਪ੍ਰਭੂ ਨੇ, ਜੋ ਪ੍ਰਭੂ ਸਾਰੇ ਸੁੱਖਾਂ ਦਾ ਦਾਤਾ ਹੈ, ਜਗਤ ਦੇ ਕਣ ਕਣ ਵਿੱਚ ਰਮਿਆ ਹੋਇਆ ਹੈ, ਜਿਸ ਵਰਗਾ ਦੂਜਾ ਕੋਈ ਨਹੀਂ ਹੈ, ਗੁਰੂ ਜੀ ਕਹਿੰਦੇ ਨੇ ਉਸ ਰੱਬ ਦੇ ਗੁਣਾਂ ਨੂੰ ਆਪਣੀ ਯਾਦ ਵਿੱਚ ਵਸਾਇਆ, ਸੋਚ ਵਿੱਚ ਵਸਾਇਆ, ਉਹਦੇ ਗੁਣਾਂ ਨੂੰ ਮਨ ਵਚਨ ਕਰਮ ਕਰਕੇ ਇੰਪਲੀਮੈਂਟ ਕੀਤਿਆਂ ਉੱਚੀ ਆਤਮਿਕ ਅਵਸਥਾ ਮਿਲਦੀ ਹੈ, ਵਿਕਾਰਾਂ ਤੋਂ ਖੁਲਾਸੀ ਮਿਲਦੀ। ਜੇ ਸਿਮਰਤ ਗਤ ਪਾਈ ਹੈ ਤੇ ਭਜ ਰੇ ਤੈ ਮੀਤ। ਤੈ ਪੜਨਾ ਹੈ, ਤੈ ਨਹੀਂ ਪੜਨਾ, ਤੈ। ਤੈ ਦਾ ਮਤਲਬ ਤੂੰ, ਪਾਈਏ ਦਾ ਮਤਲਬ ਪ੍ਰਾਪਤ ਕਰੀ ਦੀ ਹੈ। ਜੇ ਸਿਮਰਤ ਗਤ ਪਾਈ ਹੈ, ਹੇ ਮਿੱਤਰ ਉਸ ਪ੍ਰਭੂ ਨੂੰ ਯਾਦ ਕਰ, ਉਸ ਪ੍ਰਭੂ ਦੇ ਗੁਣਾਂ ਦਾ ਧਾਰਨੀ ਹੋ, ਜਿਸ ਪ੍ਰਭੂ ਦੇ ਗੁਣ ਗਾਉਂਦਿਆਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਿਹਦੇ ਗੁਣਾਂ ਨੂੰ ਆਪਣੀ ਯਾਦ ਵਿੱਚ ਵਸਾਇਆ ਉੱਚੀ ਆਤਮਿਕ ਅਵਸਥਾ ਮਿਲਦੀ ਹੈ, ਉੱਚੀ ਸੋਚ ਮਿਲਦੀ ਹੈ। हे ਮੇਰੇ ਮਿੱਤਰ, ਉਸ ਪ੍ਰਭੂ ਦੇ ਗੁਣਾਂ ਨੂੰ ਗਾ, ਉਸ ਪ੍ਰਭੂ ਦੇ ਗੁਣਾਂ ਨੂੰ ਆਪਣੀ ਸੋਚ ਅੰਦਰ ਵਸਾ। ਦੇਖੋ ਕਿੰਨੇ ਪਿਆਰੇ ਬਚਨ ਨੇ ਕਿ ਜੇ ਰੱਬੇ ਗੁਣਾਂ ਨੂੰ ਕੋਈ ਆਪਣੀ ਸੋਚ ਵਿੱਚ ਵਸਾ ਲੈ, ਸਚਾਈ ਹੈ, ਦਇਆ ਹੈ, ਪਿਆਰ ਆਦਿਕ ਜਿੰਨੇ ਵੀ ਗੁਣ ਨੇ, ਜੇ ਮਨ ਬਚਨ ਕਰਮ ਕਰਕੇ ਬੰਦਾ ਇਹਨਾਂ ਗੁਣਾਂ ਦਾ ਧਾਰਨੀ ਹੋ ਜਾਏ, ਤਾਂ ਕਿ ਉਸ ਇਨਸਾਨ ਤੋਂ ਵੱਡਾ ਇਨਸਾਨ ਹੋਰ ਕੋਈ ਹੋ ਸਕਦਾ ਹੈ? ਇਸ ਤੋਂ ਵੱਡੀ ਉੱਚੀ ਕੋਈ ਅਵਸਥਾ ਮਿਲ ਸਕਦੀ ਹੈ? ਇਸ ਤੋਂ ਵੱਡੀ ਕੋਈ ਪ੍ਰਾਪਤੀ ਹੈ? ਤਾਂ ਗੁਰੂ ਜੀ ਕਹਿੰਦੇ ਨੇ, ਹੇ ਭਾਈ, ਤੂੰ ਉਸ ਪ੍ਰਭੂ ਦੇ ਗੁਣਾਂ ਨੂੰ ਯਾਦ ਕਰ, ਜਿਸ ਤੇ ਗੁਣਾਂ ਦੇ ਧਾਰਨੀ ਹੋਇਆ ਉੱਚੀ ਆਤਮਿਕ ਅਵਸਥਾ ਮਿਲਦੀ ਹੈ। ਕਹੋ ਨਾਨਕ ਸੁਨ ਰੇ ਮਨਾ, ਔਧ ਘਟਤ ਹੈ ਨੀਤ। ਔਧ ਦਾ ਮਤਲਬ ਉਮਰ, ਘਟਤ ਦਾ ਮਤਲਬ ਘਟ ਰਹੀ ਹੈ। ਗੁਰੂ ਜੀ ਕਹਿੰਦੇ ਨੇ, ਹੇ ਭਾਈ ਸੁਣ, ਤੇਰੀ ਉਮਰ ਹਰ ਰੋਜ਼ ਘਟ ਰਹੀ ਹੈ। ਤੇਰੀ ਉਮਰ ਹਰ ਰੋਜ਼ ਘਟ ਰਹੀ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਸਰੀਰਕ ਉਮਰ ਘਟ ਰਹੀ ਹੈ, ਇਸ ਨੂੰ ਅਸੀਂ ਰੋਕ ਨਹੀਂ ਸਕਦੇ। ਸਰੀਰਕ ਮੌਤ ਸਾਰਿਆਂ ਦੀ ਆਉਣੀ ਹੀ ਆਉਣੀ ਹੈ, ਪਰ ਇੱਕ ਉਮਰ ਜਿਹੜੀ ਘਟ ਰਹੀ ਹੈ ਉਹਨੂੰ ਅਸੀਂ ਰੋਕ ਸਕਦੇ ਹਾਂ, ਉਹ ਸਾਡੇ ਵੱਸ ਵਿੱਚ ਹੈ, ਔਰ ਉਹ ਹੈ ਆਤਮਿਕ ਜ਼ਿੰਦਗੀ, ਉਹ ਹੈ ਆਤਮਿਕ ਜੀਵਨ। ਬੰਦਾ ਰੋਜ਼ ਆਤਮਿਕ ਮੌਤੇ ਮਰ ਰਿਹਾ ਹੈ, ਪਲ ਪਲ ਮਰਦਾ ਹੈ। ਮੈਂ ਝੂਠ ਬੋਲਿਆ, ਮੇਰੇ ਅੰਦਰੋਂ ਇਨਸਾਨੀਅਤ ਮਰ ਗਈ। ਜਦੋਂ ਇਨਸਾਨੀਅਤ ਮਰਦੀ ਹੈ ਤੇ ਬੰਦਾ ਝੂਠ ਬੋਲਦਾ ਹੈ। ਮੈਂ ਕੋਈ ਹੋਰ ਵਿਸ਼ੇ ਵਿਕਾਰ ਕਮਾਇਆ, ਇਨਸਾਨੀਅਤ ਮਰੀ। ਰਿਸ਼ਵਤ ਲਈ, ਇਨਸਾਨੀਅਤ ਮਰੀ। ਬੇਗਾਨਾ ਹੱਕ ਖਾਦਾ, ਇਨਸਾਨੀਅਤ ਮਰੀ। ਤਾਂ ਮੇਰਾ ਰੋਜ਼ ਆਤਮਿਕ ਜ਼ਿੰਦਗੀ ਘਟਦੀ ਜਾ ਰਹੀ ਹੈ ਨਾ, ਹਰ ਪਲ ਘਟ ਰਹੀ ਹੈ। ਬੰਦਾ ਪਲ ਪਲ ਕਰਕੇ ਮਰ ਰਿਹਾ ਹੈ। ਬੰਦੇ ਦੀ ਪਲ ਪਲ ਕਰਕੇ ਆਤਮਿਕ ਮੌਤ ਹੁੰਦੀ ਜਾਂਦੀ ਹੈ, ਜਦੋਂ ਬੰਦਾ ਰੱਬੀ ਗੁਣਾਂ ਦੇ ਨਾਲੋਂ ਉੱਠਦਾ ਹੈ। ਤਾਂ ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮੇਰੇ ਮਨਾ, ਰੱਬ ਨੂੰ ਯਾਦ ਰੱਖ, ਰੱਬੀ ਗੁਣਾਂ ਨੂੰ ਯਾਦ ਰੱਖ, ਰੱਬੀ ਗੁਣਾਂ ਨਾਲੋਂ ਨਾ ਟੁੱਟ, ਕਿਉਂਕਿ ਤੇਰੀ ਹਰ ਰੋਜ਼ ਆਤਮਿਕ ਮੌਤ ਨੇੜੇ ਆ ਰਹੀ ਹੈ। ਤੇਰੀ ਆਤਮਿਕ ਜ਼ਿੰਦਗੀ ਘਟਦੀ ਜਾ ਰਹੀ ਹੈ, ਜੀਵਨ ਤੇਰਾ ਵਿਅਰਥ ਜਾ ਰਿਹਾ ਹੈ, ਸਮਾਂ ਵਿਅਰਥ ਗਵਾਉਂਦਾ ਜਾ ਰਿਹਾ ਹੈ। ਇਸ ਲਈ ਰੱਬੀ ਗੁਣਾਂ ਦਾ ਧਾਰਨੀ ਹਮੇਸ਼ਾ ਹੋਇਆ ਰਹੋ, ਬਣਿਆ ਰਹੋ, ਹਮੇਸ਼ਾ ਰੱਬੀ ਗੁਣਾਂ ਨੂੰ ਗਾਉਂਦਾ ਰਹੋ। पांच तत्व को तन रचियो, जानू चतुर सुजान। पांच तत्व का मतलब मिट्टी, हवा, पानी और अग ते आकाश। चतुर का मतलब है चतुर, सियाने मनुख। हे चतुर मनुख, हे सियाने मनुख, तू जानदा है कि तेरा यह शरीर पंजा तत्तां तो रचा गया है, बनाया गया है। पंजा तत्तां तो शरीर बनया है। जे ते उपजो नानका, लीन ताहे मेहमान।
ਜੇ ਦਾ ਮਤਲਬ ਜਿਨ੍ਹਾਂ ਤੱਤਾਂ ਤੋਂ, ਤੇ ਦਾ ਮਤਲਬ ਤੂੰ, ਤਾਹੇ ਮਾਹੇ ਦਾ ਮਤਲਬ ਉਹਨਾਂ ਹੀ ਤੱਤਾਂ ਵਿੱਚ, ਮਾਨ ਦਾ ਮਤਲਬ ਮੰਨ ਲੈ, ਯਕੀਨ ਜਾਣ। ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ, ਕਿ हे ਨਾਨਕ ਇਹ ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ ਇਹ ਸਰੀਰ ਬਣਿਆ ਹੈ ਫਿਰ ਉਹਨਾਂ ਦੇ ਵਿੱਚ ਹੀ ਲੀਨ ਹੋ ਜਾਏਗਾ, ਸਮਾ ਜਾਏਗਾ। ਫਿਰ ਇਹ ਸਰੀਰ ਦੇ ਝੂਠੇ ਮੂੰਹ ਵਿੱਚ ਰੱਬ ਨੂੰ ਕਿਉਂ ਭੁਲਾ ਰਿਹਾ, ਗੁਣਾਂ ਨੂੰ ਕਿਉਂ ਭੁਲਾ ਰਿਹਾ? ਇਹਨਾਂ ਸਰੀਰ ਨੇ ਰੱਬ ਤੱਤਾਂ ਦੇ ਵਿੱਚ ਮਿਲ ਜਾਣਾ। ਇਹ ਵਿਚਾਰ ਅਸੀਂ ਬਹੁਤ ਵਾਰ ਕਰ ਚੁੱਕੇ ਹਾਂ। ਜਿਵੇਂ ਗੁਰੂ ਜੀ ਕਹਿੰਦੇ ਹਨ, ਪਵਨੇ ਮਹਿ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਜਿਸ ਦਿਨ ਮੈਂ ਮਰਾਂਗਾ ਮੇਰੇ ਸਰੀਰ ਨੂੰ ਜਲਾਇਆ ਜਾਏਗਾ, ਜੋ ਵੀ 70-75% ਪਾਣੀ ਹੈ ਵਾਸ਼ਪ ਬਣ ਕੇ ਪਾਣੀ ਵਿੱਚ ਮਿਲ ਜਾਏਗਾ। ਸਰੀਰ ਅੰਦਰਲੀ ਅਗਨ, ਅਗਨ ਵਿੱਚ, ਮਿੱਟੀ ਦੇ ਤੱਤ ਮਿੱਟੀ ਵਿੱਚ, ਆਕਾਸ਼, ਆਕਾਸ਼ ਵਿੱਚ, ਔਰ ਪਾਣੀ, ਪਾਣੀ ਵਿੱਚ ਮਿਲ ਜਾਏਗਾ। ਇਹ ਪੰਜੇ ਦੇ ਪੰਜੇ ਤੱਤ ਪੰਜਾਂ ਤੱਤਾਂ ਵਿੱਚ ਮਿਲ ਜਾਣਗੇ, ਸਰੀਰ ਦੀ ਰੀਸਾਈਕਲਿੰਗ ਹੋ ਜਾਏਗੀ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਭਾਈ, ਪੰਜਾਂ ਤੱਤਾਂ ਤੋਂ ਇਹ ਤੇਰਾ ਸਰੀਰ ਬਣਿਆ ਹੈ। ਹੇ ਸਿਆਣੇ ਮਨੁੱਖ, ਇਸ ਚੀਜ਼ ਨੂੰ ਚੰਗੀ ਤਰ੍ਹਾਂ ਯਕੀਨ ਜਾਣ, ਸਮਝ ਲੈ ਕਿ ਜਿਨ੍ਹਾਂ ਤੱਤਾਂ ਤੋਂ ਇਹ ਸਰੀਰ ਬਣਿਆ ਹੈ ਉਹਨਾਂ ਤੱਤਾਂ ਦੇ ਅੰਦਰ ਹੀ ਲੀਨ ਹੋ ਜਾਣਾ ਹੈ, ਇਹਨੇ ਖਤਮ ਹੋ ਜਾਣਾ ਹੈ, ਮੁੜ ਕੇ ਉਹਨਾਂ ਵਿੱਚ ਮਿਲ ਜਾਣਾ ਹੈ। ਤਾਂ ਫਿਰ ਚੰਦ ਦਿਨ ਦੇ ਸਮੇਂ ਵਾਸਤੇ ਰੱਬੀ ਗੁਣਾਂ ਨੂੰ ਭੁਲਾਣਾ ਕਦੇ ਵੀ ਠੀਕ ਨਹੀਂ ਹੈ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਘਟ ਘਟ ਦਾ ਮਤਲਬ ਹਰ ਹਿਰਦੇ ਦੇ ਅੰਦਰ, ਹਰਜੂ ਵਸੇ ਦਾ ਮਤਲਬ ਹਰੀ ਵਸ ਰਿਹਾ ਹੈ। ਸੰਤਨ ਦਾ ਮਤਲਬ ਜੋ ਸਚਿਆਰ ਪੁਰਸ਼ ਨੇ, ਰੱਬ ਦੇ ਜੋ ਪਿਆਰੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਚਿਆਰ ਮਨੁੱਖਾਂ ਨੇ ਉੱਚੀ ਕੂਕ ਕੂਕ ਕੇ ਇਹ ਗੱਲ ਕਹੀ ਹੈ ਕਿ ਹਰੇਕ ਸਰੀਰ ਦੇ ਅੰਦਰ ਪ੍ਰਭੂ ਵਸ ਰਿਹਾ ਹੈ, ਹਰੇਕ ਸਰੀਰ ਦੇ ਅੰਦਰ ਪ੍ਰਭੂ ਵਸ ਰਿਹਾ ਹੈ। ਇਹ ਗੱਲ ਰੱਬੀ ਪਿਆਰਿਆਂ ਨੇ ਪੁਕਾਰ ਪੁਕਾਰ ਕੇ ਕਹੀ ਹੈ, ਉੱਚੀ ਉੱਚੀ ਕੂਕ ਕੂਕ ਕੇ ਗੱਲ ਕਹੀ ਹੈ ਕਿ ਹਰ ਹਿਰਦੇ ਦੇ ਅੰਦਰ ਪ੍ਰਭੂ ਆਪ ਵਸ ਰਿਹਾ ਹੈ। ਇਹ ਗੱਲ ਰੱਬੀ ਪਿਆਰਿਆਂ ਨੇ ਕੂਕ ਕੂਕ ਕੇ ਕਹੀ ਹੈ, ਔਰ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਰੱਬ ਜਿਹੜਾ ਹੈ ਹਰ ਸਰੀਰ ਦੇ ਅੰਦਰ ਵਸ ਰਿਹਾ ਹੈ। ਕਹੋ ਨਾਨਕ ਤੇ ਭਜ ਮਨਾ, ਭਉ ਨਿਧ ਉਤਰੈ ਪਾਰ। ਭਜ ਮਨਾ ਦਾ ਮਤਲਬ ਕਿ ਰੱਬੀ ਸਿਫਤ ਸਲਾਹ ਕਰ। ਭਉ ਨਿਧ ਦਾ ਮਤਲਬ ਸੰਸਾਰ ਸਮੁੰਦਰ, ਵਿਕਾਰਾਂ ਦਾ ਸਾਗਰ, ਵਿਕਾਰਾਂ ਦੀਆਂ ਘੁੰਮਣ ਘੇਰੀਆਂ। ਉਤਰਨ ਦਾ ਮਤਲਬ ਤੂੰ ਲੰਘ ਜਾਏਗਾ। ਗੁਰੂ ਜੀ ਕਹਿੰਦੇ ਨੇ, ਹੇ ਮਨ, ਤੂੰ ਪ੍ਰਭੂ ਦੀ ਸਿਫਤ ਸਲਾਹ ਕਰ, ਰੱਬੀ ਗੁਣ ਗਾ, ਜਿਨ੍ਹਾਂ ਦੀ ਬਰਕਤ ਦੇ ਨਾਲ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ। ਰੱਬੀ ਗੁਣਾਂ ਨੂੰ ਗਾ, ਰੱਬੀ ਗੁਣਾਂ ਦਾ ਪਾਰ ਹੋ ਜਾਏਗਾ, ਸੰਸਾਰ ਸਾਗਰ ਤੋਂ ਪਾਰ ਹੋ ਜਾਏਗਾ। ਤੂੰ ਉਸ ਪ੍ਰਭੂ ਦੇ ਗੁਣਾਂ ਨੂੰ ਗਾਉਂਦਾ ਰਹੋ, ਉਸ ਪ੍ਰਭੂ ਦੇ ਗੁਣਾਂ ਨੂੰ ਗਾ, ਜਿਸ ਕਰਕੇ ਤੂੰ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਏ। ਹੁਣ ਇੱਥੇ ਦੋ ਗੱਲਾਂ ਨੇ। ਪਹਿਲੀ ਗੱਲ ਇਹ ਹੈ ਕਿ ਹਰ ਸਰੀਰ ਦੇ ਅੰਦਰ ਰੱਬ ਵਸ ਰਿਹਾ ਹੈ। ਇਹ ਗੱਲ ਰੱਬ ਦੇ ਪਿਆਰਿਆਂ ਨੇ ਪੁਕਾਰ ਪੁਕਾਰ ਕੇ ਕਹੀ ਹੈ। ਤੇ ਦੂਜੀ ਗੱਲ ਕਹਿ ਰਹੇ ਨੇ ਕਿ ਉਸ ਪ੍ਰਭੂ ਨੂੰ ਯਾਦ ਰੱਖ, ਉਹਦੇ ਗੁਣ ਗਾ, ਜਿਹੜਾ ਹਰ ਸਰੀਰ ਵਿੱਚ ਵਸ ਰਿਹਾ ਹੈ, ਤੂੰ ਵਿਕਾਰਾਂ ਤੋਂ ਪਾਰ ਹੋ ਜਾਏਗਾ। ਤਾਂ ਪਹਿਲੀ ਗੱਲ ਜਿਹੜੀ ਹੈ ਨਾ, ਕਿ ਹਰ ਸਰੀਰ ਵਿੱਚ ਰੱਬ ਵਸ ਰਿਹਾ ਹੈ, ਇਹ ਚੀਜ਼ ਇੰਪਲੀਮੈਂਟ ਕਰਨ ਦੀ ਲੋੜ ਹੈ। ਵੈਸੇ ਤੇ ਹਰ ਧਰਮ ਦਾ ਬੰਦਾ ਇਹ ਗੱਲ ਕਹਿ ਰਿਹਾ ਕਿ ਰੱਬ ਸਾਰਿਆਂ ਵਿੱਚ ਵਸਦਾ ਹੈ। ਹਰ ਧਰਮ ਦੇ ਲੋਕ ਇਹ ਗੱਲ ਕਹਿ ਰਹੇ ਨੇ, ਹਰ ਬੰਦਾ ਕਹਿ ਰਿਹਾ ਹੈ ਕਿ ਹਰ ਇੱਕ ਦੇ ਅੰਦਰ ਰੱਬ ਵਸ ਰਿਹਾ। ਜੀ, ਰੱਬ ਤੇ ਸਾਡੇ ਅੰਦਰ ਵਸਦਾ ਹੈ, ਸਾਰਿਆਂ ਦੇ ਵਿੱਚ ਵਸਦਾ ਹੈ। ਲੇਕਿਨ ਜਦੋਂ ਅਸੀਂ ਇੰਪਲੀਮੈਂਟ ਕਰਨਾ ਦੇਖਦੇ ਹਾਂ ਤਾਂ ਇਹ ਕਿਤੇ ਨਜ਼ਰੀ ਪੈਂਦਾ ਨਹੀਂ। ਬਹੁਤ ਘੱਟ ਲੋਕ ਨੇ ਜੋ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰ ਰਹੇ ਨੇ। ਤਾਂ ਜੇ ਹਰ ਸਰੀਰ ਵਿੱਚ ਰੱਬ ਵਸ ਰਿਹਾ ਹੈ, ਇਸ ਚੀਜ਼ ਨੂੰ ਮੰਨ ਲਿਆ ਜਾਏ, ਇੰਪਲੀਮੈਂਟ ਕੀਤਾ ਜਾਏ, ਤਾਂ ਫਿਰ ਇੱਕ ਇਨਸਾਨ ਦੂਜੇ ਇਨਸਾਨ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰੇਗਾ। ਪਰ ਬੰਦਾ ਐਵੇਂ ਕਰ ਨਹੀਂ ਰਿਹਾ। ਹੁਣ
ਕਈ ਵਾਰ ਸਾਡੇ ਅੰਦਰ ਇਹੋ ਜਿਹਾ ਸ਼ੰਕਾ ਵੀ ਆਉਂਦਾ ਹੈ, ਵਿਚਾਰ ਵੀ ਆਉਂਦੇ ਨੇ ਕਿ ਸਾਰਿਆਂ ਦੇ ਅੰਦਰ ਰੱਬ ਵਸਦਾ ਹੈ, ਇਹਦਾ ਮਤਲਬ ਜਿਹੜੇ ਪਾਪੀ ਨੇ ਉਹਨਾਂ ਵਿੱਚ ਵੀ ਵਸਦਾ ਹੈ। ਬਿਲਕੁਲ ਵਸਦਾ ਹੈ, ਲੇਕਿਨ ਉਹ ਇਸ ਚੀਜ਼ ਨੂੰ ਯੂਜ਼ ਨਹੀਂ ਕਰ ਰਹੇ। ਦੇਖੋ, ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਦੁਨੀਆ ਦਾ ਇੱਕ ਵੀ ਇਨਸਾਨ ਐਸਾ ਨਹੀਂ ਜਿਹਦੇ ਵਿੱਚ ਗੁਣ ਨਾ ਹੋਣ। ਸੱਚਾਈ, ਦਇਆ, ਪਿਆਰ, ਮੁਹੱਬਤ ਦੇ ਗੁਣ ਸਾਰਿਆਂ ਵਿੱਚ ਨੇ। ਹੁਣ ਇਹਨਾਂ ਗੁਣਾਂ ਨੂੰ ਜੇ ਕੋਈ ਯੂਜ਼ ਨਹੀਂ ਕਰ ਰਿਹਾ, ਇੰਪਲੀਮੈਂਟ ਨਹੀਂ ਕਰ ਰਿਹਾ, ਤਾਂ ਇਹ ਉਸ ਬੰਦੇ ਦੀ ਪ੍ਰੋਬਲਮ ਹੈ, ਗੁਣਾਂ ਦੀ ਪ੍ਰੋਬਲਮ ਨਹੀਂ ਹੈ। ਇਹ ਸਾਡੀ ਪ੍ਰੋਬਲਮ ਹੈ ਕਿ ਅਸੀਂ ਇੱਕ ਦੂਜੇ ਦੇ ਵਿੱਚ ਗੁਣ ਨਹੀਂ ਵੇਖ ਰਹੇ, ਆਪਣੇ ਅੰਦਰ ਵਸਤੇ ਅਸੀਂ ਗੁਣਾਂ ਨੂੰ ਇੰਪਲੀਮੈਂਟ ਨਹੀਂ ਕਰ ਰਹੇ। ਗੁਣ ਤੇ ਸਾਰਿਆਂ ਵਿੱਚ ਮੌਜੂਦ ਨੇ। ਰੱਬ ਵਰਗਾ ਤੇ ਹਰ ਬੰਦਾ ਹੋ ਕੇ ਜੀ ਸਕਦਾ, ਪਰ ਜੀ ਨਹੀਂ ਨਾ ਰਿਹਾ। ਇਸ ਲਈ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੀ ਲੋੜ ਹੈ। ਜਦੋਂ ਤੱਕ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਨਹੀਂ ਕਰਦੇ, ਲਾਗੂ ਨਹੀਂ ਕਰਦੇ, ਉਦੋਂ ਤੱਕ ਇਹਨਾਂ ਦਾ ਲਾਭ ਨਹੀਂ ਹੋਏਗਾ। ਤੇ ਉਹਨਾਂ ਚੀਜ਼ਾਂ ਨੂੰ ਵਾਸਤੇ ਸਾਨੂੰ ਕਹਿ ਰਹੇ ਨੇ ਕਿ ਜੇ ਤੂੰ ਗੁਣਾਂ ਦਾ ਧਾਰ ਨਹੀਂ ਹੋਵੇਂ ਤਾਂ ਤੂੰ ਭਵਸਾਗਰ ਤੋਂ ਪਾਰ ਉਤਰ ਸਕਦਾ ਹੈ, ਇਹਨਾਂ ਘੁੰਮਣ ਘੇਰੀਆਂ ਚੋਂ ਬਾਹਰ ਨਿਕਲ ਸਕਦਾ ਹੈ, ਤੂੰ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਤੇਰਾ ਬਣ ਸਕਦਾ ਹੈ, ਤੂੰ ਵਿਕਾਰਾਂ ਵਿੱਚ ਡਿੱਗਣ ਤੋਂ ਬਚ ਸਕਦਾ ਹੈ, ਜੇ ਤੂੰ ਉਸ ਪ੍ਰਭੂ ਦੇ ਗੁਣਾਂ ਦਾ ਧਾਰ ਨਹੀਂ ਹੋਵੇਂ। ਅਗਲਾ ਬਚਨ ਕਰਦੇ ਨੇ, ਸੁਖ ਦੁੱਖ ਜਿਹੇ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਪਰਸੈ ਨਹੀਂ ਦਾ ਮਤਲਬ ਛੂੰਦਾ ਵੀ ਨਹੀਂ, ਅਭਿਮਾਨ ਦਾ ਮਤਲਬ ਅਹੰਕਾਰ। ਜਿਸ ਮਨੁੱਖ ਦੇ ਹਿਰਦੇ ਨੂੰ ਸੁੱਖ ਔਰ ਦੁੱਖ ਛੂੰਦਾ ਨਹੀਂ, ਜਿਹਦੇ ਤੇ ਸੁੱਖ ਦੁੱਖ ਦਾ ਪ੍ਰਭਾਵ ਨਹੀਂ, ਜਿਸ ਬੰਦੇ ਨੂੰ ਲੋਭ ਮੋਹ ਤੇ ਹੰਕਾਰ ਨਹੀਂ ਪਾਉਂਦਾ, ਕਹੋ ਨਾਨਕ ਸੁਨ ਰੇ ਮਨਾ, ਹੈ ਮੇਰੇ ਮਨ ਸੁਣ, ਸੋ ਮੂਰਤ ਭਗਵਾਨ। ਮੂਰਤ ਦਾ ਮਤਲਬ ਸਰੂਪ। ਉਹ ਮਨੁੱਖ ਰੱਬ ਦਾ ਹੀ ਰੂਪ ਹੈ। ਰੱਬ ਵਿੱਚ ਔਰ ਉਸ ਬੰਦੇ ਦੇ ਅੰਦਰ ਕੋਈ ਫਰਕ ਨਹੀਂ ਹੈ। ਉਹ ਬੰਦਾ ਰੱਬ ਦਾ ਰੂਪ ਹੈ ਜਿਹਨੂੰ ਸੁੱਖ ਦੁੱਖ ਨਹੀਂ ਪਾਉਂਦਾ, ਜਿਹਨੂੰ ਲੋਭ ਮੋਹ ਔਰ ਅਭਿਮਾਨ ਨਹੀਂ ਪਾਉਂਦਾ। ਦੇਖੋ ਕਿੰਨੀ ਸਿੰਪਲ ਗੱਲ ਹੈ ਰੱਬ ਹੋਣਾ, ਰੱਬ ਵਰਗੇ ਹੋਣਾ। ਰੱਬ ਵਰਗੇ ਹੋਣ ਵਿੱਚ ਇਹ ਚੀਜ਼ਾਂ ਸਾਡੇ ਜੀਵਨ ਦੇ ਅੰਦਰ ਰੋੜਾਂ ਨੇ। ਜਿਸ ਬੰਦੇ ਨੂੰ ਸੁੱਖ ਦੁੱਖ ਪਾਉਂਦਾ ਨਹੀਂ, ਹੁਣ ਇਹਦਾ ਮਤਲਬ ਇਹ ਨਹੀਂ ਕਿ ਜੋ ਰੱਬੀ ਪਿਆਰੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਔਰ ਦੁੱਖ ਆਉਂਦਾ ਹੀ ਨਹੀਂ। ਦੇਖੋ, ਸੁੱਖ ਵੀ ਆਏਗਾ, ਦੁੱਖ ਵੀ ਆਏਗਾ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਔਰ ਸਾਰੇ ਸੁੱਖ ਪੈਦਾ ਹੀ ਦੁੱਖਾਂ ਚੋਂ ਹੁੰਦੇ ਨੇ। ਕਿੰਨੇ ਦੁਖੀ ਹੁੰਦੇ ਨੇ ਨਾ ਬੱਚੇ ਸਕੂਲੇ ਜਾਣ ਲੱਗਿਆ, ਪਰ ਜਿਹੜੇ ਬੱਚੇ ਉਸ ਦੁੱਖ ਨੂੰ ਸਹਾਰਦੇ ਨੇ ਉਹ ਡਾਕਟਰ, ਇੰਜੀਨੀਅਰ, ਵਿਗਿਆਨਿਕ ਬਣਨ ਦਾ ਸੁੱਖ ਪ੍ਰਾਪਤ ਕਰਦੇ ਨੇ। ਕਿੰਨਾ ਦੁੱਖ ਹੁੰਦਾ ਨਾ ਜਿਹੜੇ ਰੋਜ਼ ਰੇਸ ਲਾਉਂਦੇ ਨੇ। ਹੁਣ ਇੱਕ ਦਿਨ ਇੱਕ ਜਿਹੜੀਆਂ ਪੀਟੀ ਊਸ਼ਾ ਤੇ ਇੱਕ ਹੋਰ ਲੜਕੀ ਜਿਸਨੇ ਗੋਲਡ ਮੈਡਲ ਜਿੱਤਿਆ ਹੈ, ਉਹਨਾਂ ਨੇ ਲਿਖਿਆ ਸੀ ਕਿ ਅਸੀਂ ਸਾਰੀ 8-10 ਮਿੰਟ ਦੀ ਸਾਡੀ ਦੌੜ ਹੁੰਦੀ ਹੈ, ਤੇ 8 ਜਾਂ 10 ਮਿੰਟ ਦੀ ਦੌੜ ਦੌੜਨ ਵਾਸਤੇ ਸਾਨੂੰ 8-8 ਘੰਟੇ ਰੋਜ਼ ਦੌੜਨਾ ਪੈਂਦਾ ਹੈ, ਤਾਂ ਉਹ 8-10 ਮਿੰਟ ਦੀ ਰੇਸ ਜਿੱਤਦੀਆਂ ਜਾਂ ਜਿੱਤਦੇ ਨੇ। ਉਹ ਇੰਨਾ ਦੁੱਖ ਹੈ ਨਾ, ਹੁਣ ਅਸੀਂ ਨਹੀਂ ਦੌੜਦੇ, ਨਹੀਂ ਭੱਜਦੇ, ਤੇ ਜੇ ਨਹੀਂ ਤੇ ਅਸੀਂ ਬੈਠੇ ਵੀ ਘਰ ਹੀ ਹਾਂ। ਜਿਹੜੇ ਲੋਕ ਰੋਜ਼ ਸੈਰ ਕਰਦੇ ਨੇ, ਕਸਰਤ ਕਰਦੇ ਨੇ, ਦੁੱਖ ਤੇ ਉਹਨਾਂ ਨੂੰ ਹੁੰਦਾ ਹੈ, ਤਕਲੀਫ ਤੇ ਹੁੰਦੀ ਹੈ, ਪਰ ਉਸ ਤਕਲੀਫ ਦਾ ਰਿਜ਼ਲਟ ਇਹ ਨਿਕਲਦਾ ਹੈ ਕਿ ਉਹਨਾਂ ਨੂੰ ਸੁੱਖ ਮਿਲਦਾ ਹੈ, ਉਹ ਤੰਦਰੁਸਤ ਰਹਿੰਦੇ ਨੇ। ਤੇ ਜੇ ਕੋਈ ਮੇਰੇ ਵਰਗਾ 5-4 ਪਰੌਂਠੇ ਖਾ ਕੇ ਪਸਰ ਜਾਏ ਮਗਰਮੱਛ ਦੀ ਤਰ੍ਹਾਂ, ਸੁੱਖ ਤੇ ਬੜਾ, ਲੇਕਿਨ ਸ਼ੂਗਰ ਤੇ ਬਿਮਾਰੀਆਂ ਘੇਰ ਲੈਣਗੀਆਂ ਨਾ। ਹਰ ਦੁੱਖ ਦੇ ਵਿੱਚੋਂ ਹੀ ਸੁੱਖ ਪੈਦਾ ਹੁੰਦੇ। ਖੈਰ, ਸੁੱਖ ਔਰ ਦੁੱਖ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ। ਆਉਣਾ ਹੋਰ ਗੱਲ ਹੈ, ਪਾਉਣਾ ਹੋਰ ਗੱਲ ਹੈ। ਕਈ ਲੋਕ ਸੁੱਖਾਂ ਦੇ ਅੰਦਰ ਐਸੇ ਅਵੇਸਲੇ ਹੁੰਦੇ ਨੇ ਕਿ ਉਹ ਸੱਚ ਨੂੰ ਭੁੱਲ ਜਾਂਦੇ ਨੇ। ਉਹਨਾਂ ਨੂੰ ਸੁੱਖ ਦਿਓ ਕਿ ਤੂੰ ਸੱਚ ਨੂੰ ਛੱਡ ਦੇ, ਤੈਨੂੰ ਅਸੀਂ ਇੰਨਾ ਪੈਸਾ ਦਿੰਨੇ ਆ, ਲੋਕ ਸੱਚ ਨੂੰ ਛੱਡ ਦੇਣਗੇ, ਸੁੱਖ ਨੂੰ ਵੇਖ ਕੇ ਸੱਚ ਨੂੰ ਛੱਡ ਦੇਣਗੇ। ਕਈ ਲੋਕ ਐਸੇ ਨੇ ਦੁੱਖਾਂ ਦੇ ਵਿੱਚ ਘਾਬਰ ਕੇ ਸੱਚ ਨੂੰ ਛੱਡ ਦੇਣਗੇ, ਲੇਕਿਨ ਜੋ ਰੱਬ ਦੇ ਪਿਆਰੇ ਨੇ, ਸੁੱਖ ਆਵੇ ਜਾਂ ਦੁੱਖ ਆਵੇ, ਉਹ ਸੱਚ ਦਾ ਮਾਰਗ ਨਹੀਂ ਛੱਡਦੇ, ਭਾਵੇਂ ਉਹਨਾਂ ਨੂੰ ਆਰੇ ਨਾਲ ਚੀਰਿਆ ਜਾਏ। ਆਰਾ ਨਾਲ ਚਿਰਨਾ ਦੁੱਖ ਹੈ। ਭਾਈ ਮਤੀ ਦਾਸ ਦੇ ਜੀਵਨ ਵਿੱਚ ਦੁੱਖ ਆਇਆ ਹੈ, ਪਰ ਉਹਨੂੰ ਦੁੱਖ ਨੇ ਪੋਇਆ ਨਹੀਂ, ਉਹਦੇ ਤੇ ਪ੍ਰਭਾਵ ਨਹੀਂ ਪਾਇਆ ਕਿ ਉਹ ਆਰੇ ਤੋਂ ਦੁਖੀ ਹੋ ਕੇ ਸਿੱਖੀ ਨੂੰ ਛੱਡ ਗਿਆ ਹੋਵੇ।
ਮੀਰ ਮੰਨੂ ਦੇ ਜੇਲ੍ਹ ਵਿੱਚ ਬੀਬੀਆਂ ਨੇ ਦੁੱਖ ਤੇ ਬੜਾ ਹੈ, ਕਿਸੇ ਦੇ ਬੱਚੇ ਦੇ ਸੀਨੇ ਵਿੱਚ ਛੁਰਾ ਮਾਰ ਕੇ ਉਹਦਾ ਕਲੇਜਾ ਕੱਢ ਕੇ ਪਿਓ ਦੇ ਮੂੰਹ 'ਚ ਪਾ ਦੇਣਾ, ਜਾਂ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਗਲਿਆਂ ਦੇ ਹਾਰ ਬਣਾ ਦੇਣੇ, ਦੁੱਖ ਤੇ ਬੜਾ ਹੈ। ਪਰ ਐਸੇ ਦੁੱਖਾਂ ਨੇ ਪ੍ਰਭਾਵ ਨਹੀਂ ਪਾਇਆ ਕਿ ਉਹ ਸੱਚ ਨੂੰ ਕਿਤੇ ਛੱਡ ਜਾਣ, ਉਹਨਾਂ ਨੇ ਸੱਚ ਨੂੰ ਛੱਡਿਆ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਬੰਦਾ ਸੁੱਖਾਂ ਔਰ ਦੁੱਖਾਂ ਤੋਂ ਉੱਤੇ ਹੈ, ਪੁੰਦਾ ਨਹੀਂ, ਜਿਹਦੇ ਅੰਦਰ ਲੋਭ ਨਹੀਂ, ਮੋਹ ਨਹੀਂ, ਅਭਿਮਾਨ ਨਹੀਂ, ਜਿਹਨੂੰ ਇਹ ਚੀਜ਼ਾਂ ਪੁੰਦੀਆਂ ਵੀ ਨਹੀਂ, ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਗੁਰੂ ਜੀ ਕਹਿੰਦੇ ਨੇ, ਇਹ ਮੇਰੇ ਮਨ ਸੁਣ, ਉਹ ਇਨਸਾਨ ਰੱਬ ਦਾ ਰੂਪ ਹੈ, ਉਹ ਇਨਸਾਨ ਰੱਬ ਦਾ ਰੂਪ ਹੈ। ਹੁਣ ਇੱਥੇ ਦੇਖੋ, ਮਾਲਾ ਫੇਰਨ ਦੀ ਗੱਲ ਨਹੀਂ ਕੀਤੀ, ਦਸਮ ਦੁਆਰ ਵਿੱਚ ਪ੍ਰਾਣ ਚੜਾਉਣ ਦੀ ਇੱਥੇ ਗੱਲ ਨਹੀਂ ਕਹੀ ਜਾ ਰਹੀ, ਗੱਲ ਤਾਂ ਜ਼ਿੰਦਗੀ ਜੀਣ ਦੀ ਹੈ। ਤਾਂ ਜੇ ਬੰਦਾ ਇਹਨਾਂ ਵਿਕਾਰਾਂ ਤੋਂ ਬਚਦਾ ਹੈ, ਉਹ ਇਨਸਾਨ ਹੀ ਰੱਬ ਦਾ ਰੂਪ ਹੋ ਜਾਂਦਾ ਹੈ। ਉਸਤਤ ਨਿੰਦਿਆ ਨਾਹੇ ਜਿਹੇ ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈਂ ਜਾਨ। ਉਸਤਤ ਦਾ ਮਤਲਬ ਵਡਿਆਈ, ਨਿੰਦਿਆ ਦਾ ਮਤਲਬ ਕਿਸੇ ਦੀ ਝੂਠੀ ਬਦਖੋਈ, ਕੰਚਨ ਦਾ ਮਤਲਬ ਸੋਨਾ, ਲੋਹ ਦਾ ਮਤਲਬ ਲੋਹਾ। ਜਿਸ ਮਨੁੱਖ ਦੇ ਮਨ ਨੂੰ ਉਸਤਤ ਨਹੀਂ ਡੁਲਾਉਂਦੀ ਔਰ ਜਿਸ ਮਨੁੱਖ ਦੇ ਮਨ ਨੂੰ ਨਿੰਦਿਆ ਨਹੀਂ ਡੁਲਾਉਂਦੀ, ਜਿਹਨੂੰ ਸੋਨਾ ਔਰ ਲੋਹਾ ਇੱਕੋ ਜਿਹੇ ਲੱਗਦੇ ਨੇ, ਜੋ ਲਾਲਚ ਵਿੱਚ ਨਹੀਂ ਫਸਦਾ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈਂ ਜਾਨ। ਗੁਰੂ ਜੀ ਕਹਿੰਦੇ ਨੇ, ਹੇ ਮਨ ਸੁਣ, ਇਹ ਗੱਲ ਪੱਕੀ ਜਾਣ ਕਿ ਉਹ ਬੰਦਾ ਮੁਕਤ ਹੈ, ਉਹ ਬੰਦਾ ਮੁਕਤ ਹੈ। ਕੌਣ ਬੰਦਾ ਮੁਕਤ ਹੈ? ਜਿਸ ਨੂੰ ਉਸਤਤ ਔਰ ਨਿੰਦਿਆ ਨਹੀਂ ਪੁੰਦੀ, ਜਿਸ ਨੂੰ ਸੋਨਾ ਔਰ ਲੋਹਾ ਇੱਕ ਬਰਾਬਰ ਜਾਪਦੇ ਨੇ। ਇਹ ਚੀਜ਼ ਸਮਝ ਲੈਣਾ। ਦੇਖੋ, ਮੁਕਤੀ ਕਿੰਨੀ ਸੌਖੀ ਹੈ। ਮੁਕਤੀ ਮਰਨ ਤੋਂ ਬਾਅਦ ਨਹੀਂ ਹੈ, ਮੁਕਤੀ ਮਾਲਾ ਫੇਰਨ ਨਾਲ ਨਹੀਂ, ਮੁਕਤੀ ਕੋਈ ਮਤਲਬ ਕਿਤੇ ਗੁਫਾਵਾਂ ਦੇ ਵਿੱਚ ਵੜਨ ਦੇ ਨਾਲ ਨਹੀਂ ਹੈ। ਉਸਤਤ ਕਰਨੀ ਔਰ ਨਿੰਦਿਆ ਕਰਨੀ, ਇਹ ਦੋਵੇਂ ਹੀ ਗਲਤ ਨੇ। ਕਈ ਲੋਕ ਉਸਤਤ ਕਰਦੇ ਨੇ, ਕਈ ਲੋਕ ਨਿੰਦਿਆ ਕਰਦੇ ਨੇ। ਉਸਤਤ ਔਰ ਨਿੰਦਾ ਨੂੰ ਥੋੜਾ ਸਮਝ ਲੈਣਾ। 2 ਔਰ 2 4 ਇਹ ਸੱਚ ਹੈ। 2 ਤੇ 2 5 ਕਹਿਣਾ ਇਹ ਉਸਤਤ ਹੈ। 2 ਤੇ 2 3 ਕਹਿਣਾ ਇਹ ਨਿੰਦਿਆ ਹੈ। 2 ਤੇ 2 5 ਕਹੋਗੇ ਇਹ ਉਸਤਤ ਹੈ। 2 ਤੇ 2 3 ਕਹਿਣਾ ਇਹ ਨਿੰਦਿਆ ਹੈ। 2 ਤੇ 2 4 ਕਹਿਣਾ ਇਹ ਸੱਚ ਹੈ। ਯਾਨੀ ਆਪਣੇ ਲਾਲਚ ਵਸ ਕਿਸੇ ਦੇ ਔਗਣਾਂ ਨੂੰ ਵੀ ਗੁਣ ਬਣਾ ਕੇ ਪੇਸ਼ ਕਰਨਾ, ਇਹ ਉਹਦੀ ਉਸਤਤ ਹੈ। ਆਪਣੇ ਲਾਲਚ ਜਾਂ ਸਵਾਰਥ ਅਧੀਨ ਕਿਸੇ ਦੇ ਗੁਣਾਂ ਨੂੰ ਔਗਣ ਬਣਾ ਕੇ ਪੇਸ਼ ਕਰਨਾ, ਇਹ ਨਿੰਦਿਆ ਹੈ। ਨਿਸ਼ਕਾਮ ਔਰ ਸੱਚੀਆਂ ਭਾਵਨਾਵਾਂ ਦੇ ਨਾਲ ਜੋ ਜੈਸਾ ਹੈ ਵੈਸਾ ਕਹਿਣਾ, ਇਹ ਸੱਚ ਹੈ। ਕੰਚਨ ਲੋਹ ਸਮਾਨ, ਕੰਚਨ ਔਰ ਲੋਹ, ਸੋਨੇ ਔਰ ਲੋਹੇ ਦਾ ਇਹ ਨਹੀਂ ਕਿ ਰੱਬ ਦੇ ਪਿਆਰਿਆਂ ਨੂੰ ਫਰਕ ਨਹੀਂ ਹੁੰਦਾ। ਉਹਨਾਂ ਨੂੰ ਪਤਾ ਹੁੰਦਾ, ਸੋਨੇ ਦਾ ਵੀ ਪਤਾ ਹੁੰਦਾ, ਲੋਹੇ ਦਾ ਵੀ ਪਤਾ ਹੁੰਦਾ। ਕੰਚਨ ਲੋਹ ਸਮਾਨ ਦਾ ਮਤਲਬ ਹੈ ਕਿ ਬੇਗਾਨਾ ਹੱਕ ਸੋਨੇ ਵਰਗਾ ਕੀਮਤੀ ਹੋਵੇ, ਉਹਨੂੰ ਲੋਹੇ ਵਰਗਾ ਸਮਝ ਕੇ ਛੱਡ ਦੇਣਾ, ਇਹਨੂੰ ਕਹਿੰਦੇ ਨੇ ਕੰਚਨ ਲੋਹ। ਤਾਂ ਜੋ ਇਨਸਾਨ ਜਿਹਨੂੰ ਉਸਤਤ ਔਰ ਨਿੰਦਾ ਨਹੀਂ ਪੁੰਦੀ, ਜੋ ਉਸਤਤ ਔਰ ਨਿੰਦਾ ਸੁਣ ਕੇ ਸੱਚ ਤੋਂ ਨਹੀਂ ਡੋਲਦਾ, ਜੋ ਉਸਤਤ ਨਿੰਦਿਆ ਨਹੀਂ ਕਰਦਾ, ਜੋ ਲੋਭ ਲਾਲਚ ਵਿੱਚ ਨਹੀਂ ਫਸਦਾ, ਗੁਰੂ ਜੀ ਕਹਿੰਦੇ ਨੇ, ਹੇ ਮੇਰੇ ਮਨਾ ਸੁਣ, ਇਹ ਪੱਕੀ ਗੱਲ ਹੈ ਕਿ ਉਹ ਇਨਸਾਨ ਮੁਕਤ ਹੈ। ਉਸ ਇਨਸਾਨ ਨੂੰ ਮੁਕਤੀ ਮਿਲ ਗਈ ਹੈ, ਉਹ ਜੀਵਨ ਦੇ ਅੰਦਰ ਬੰਧਨਾਂ ਤੋਂ ਆਜ਼ਾਦ